ਆਰੀਅਨ ਲੋਕ ਵੀ ਪੰਜਾਬ ਦੇ ਵਿੱਚ ਹੀ ਨਿਕਲੇ, ਲੇਕਿਨ ਇਹ ਪੰਜਾਬ ਦੇ ਵਿੱਚ ਆਪਣਾ ਰਾਜ ਸਥਾਪਿਤ ਨਹੀਂ ਕਰ ਸਕੇ ਕਿਉਂਕਿ ਇੱਥੋਂ ਦੇ ਸਮਾਜ ਨੇ ਇਹਨਾਂ ਨੂੰ ਐਕਸੈਪਟ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੂੰ ਵਾਹਿਕ ਕਹਿੰਦੇ ਸੀਗੇ, ਲੋਕਾਂ ਦੇ ਇਹ ਪਸ਼ੂ ਚੋਰੀ ਕਰਦੇ ਨੇ, ਚੋਰ ਹਨਗੇ, ਔਰ ਇਹ ਇਹਨਾਂ ਨੂੰ ਮਾੜੇ ਤੋਂ ਮਾੜਾ ਸਮਝਦੇ ਸੀ। ਫਿਰ ਜਿਹੜਾ ਬੰਦਾ ਇੱਥੇ ਆ ਜਾਂਦਾ ਸੀ ਇਸ ਪ੍ਰਦੇਸ਼ ਦੇ ਵਿੱਚ, ਜਦੋਂ ਉਹ ਮੁੜ ਕੇ ਆਪਣੇ ਦੇਸ਼ ਜਾਂਦਾ ਸੀਗਾ ਜਮਨਾ ਘਾਟੀ ਦੇ ਵਿੱਚ, ਗੰਗਾ ਘਾਟੀ ਦੇ ਵਿੱਚ, ਤਾਂ ਉਸ ਦੀ ਸ਼ੁੱਧੀ ਕੀਤੀ ਜਾਂਦੀ ਸੀ। ਗੁਰੂ ਨਾਨਕ 500 ਸਾਲਾਂ ਦੇ ਵਿੱਚ ਪਹਿਲਾ ਪੰਜਾਬੀ ਹੈ ਜਿਸ ਦਾ ਨਾਂ ਇਤਿਹਾਸ ਦੇ ਵਿੱਚ ਆਉਂਦਾ ਹੈ। ਹੁਣ ਕੋਈ ਆ ਨਲੂਏ ਨੂੰ ਮਜ਼੍ਹਬੀ ਕਹੀ ਜਾਂਦੇ ਨੇ, ਕਈ ਲੋਕ ਬਾਬਾ ਦੀਪ ਸਿੰਘ ਨੂੰ ਮਜ਼੍ਹਬੀ ਕਹੀ ਜਾਂਦੇ ਨੇ, ਲੇਕਿਨ ਨਲੂਏ ਦੇ ਜਿਹੜੇ ਵੰਸ਼ਜ ਹੈਗੇ ਉਹ ਅਜੇ ਤਾਈਂ ਹਨਗੇ ਤੇ ਉਹ ਆਪਣੇ ਆਪ ਨੂੰ ਉੱਪਰ ਖੱਤਰੀ ਕਹਿੰਦੇ ਆ। ਜੱਟ ਸਿੱਖਾਂ ਨੇ ਜੱਟ ਸਿੱਖ ਕਾਬਜ਼ ਹੋ ਗਏ ਨੇ ਸਿੱਖੀ ਦੇ ਉੱਤੇ, ਤੇ ਇਹਨਾਂ ਨੇ ਬਾਕੀ ਦਿਆਂ ਨੂੰ ਇਥੋਂ ਨੀਚ ਬਣਾ ਦਿੱਤਾ ਜਾਂ ਇਹਨਾਂ ਨੂੰ ਬਰਾਬਰ ਨਹੀਂ ਸਮਝਦੇ। ਗੁਰੂ ਹਰਗੋਬਿੰਦ ਦੇ ਸਮੇਂ ਤੋਂ ਜੱਟਾਂ ਨੇ ਕਬਜ਼ਾ ਕਰ ਲਿਆ ਸਿੱਖੀ ਦੇ ਉੱਤੇ। ਜਿਹੜਾ ਇਹ ਬਾਰ-ਬਾਰ ਸਾਨੂੰ ਇਹ ਮਿਹਣਾ ਦਿੰਦੇ ਨੇ ਕਿ ਜੀ ਹਿੰਦੂਆਂ ਤੋਂ ਹੀ ਸਿੱਖ ਬਣੇ ਨੇ, ਇਹ ਬਿਲਕੁਲ ਗਲਤ ਮਿਹਣਾ ਹੈ ਕਿ ਜਿਹੜਾ ਜਾਤ ਪਾਤ ਦਾ ਸਿਸਟਮ ਹੈ ਇਹ ਸਿਰਫ ਤੇ ਸਿਰਫ ਹਿੰਦੂਆਂ ਦੇ ਵਿੱਚ ਹੈ, ਕਿਸੇ ਦੇ ਵਿੱਚ ਹੋਰ ਦੂਸਰੇ ਦੇ ਵਿੱਚ ਨਹੀਂ। ਕਿ ਜੀ ਸਿੱਖਾਂ ਦੇ ਵਿੱਚ ਵੀ ਜਾਤ ਪਾਤ ਹੈ ਤੇ ਅਸੀਂ ਇਸ ਨੂੰ ਖਤਮ ਕਰਾਂਗੇ, ਇਹ ਨਹੀਂ ਖਤਮ ਕਰ ਸਕਦੇ। ਸਰ ਜਿਹੜੀ ਜਾਣਕਾਰੀ ਤੁਸੀਂ ਬੜੇ ਟੈਕਨੀਕਲ ਤਰੀਕੇ ਨਾਲ ਦਿੱਤੀ ਹੈ ਕਿ ਬੜਾ ਵਧੀਆ ਪੱਖ ਰੱਖਿਆ, ਇੱਕ ਜਿਹੜਾ ਸਮਝਣ ਦਾ ਗੱਲ ਸੀ। ਪਰ ਮੈਂ ਇੱਕ ਗੱਲ ਇੱਥੇ ਕਰਦਾ ਕਿ ਜਿਵੇਂ ਅਸੀਂ ਕਾਫੀ ਸਮਾਂ ਪਹਿਲਾਂ ਤੁਹਾਡੇ ਨਾਲ ਇੱਕ ਗੱਲਬਾਤ ਕੀਤੀ ਸੀ, ਉਹਦੇ ਵਿੱਚ ਜ਼ਿਕਰ ਆਇਆ ਸੀ ਕਿ ਰਿਗਵੇਦ ਦੇ ਵਿੱਚ ਸ਼ਾਇਦ ਪੰਜਾਬੀਆਂ ਨੂੰ ਚੋਰ ਲਿਖਿਆ ਗਿਆ, ਵੀ ਉਹ ਜਾਤ ਪਾਤ ਨਹੀਂ ਸੀ ਮੰਨਦੇ। ਇਸ ਕਿਸਮ ਦੀ ਗੱਲ ਤੁਸੀਂ ਕਹੀ ਸੀ। ਹੁਣ ਮੈਂ ਗੱਲ ਕਰਨੀ ਚਾਹੂੰਗਾ ਕਿ ਜੇ ਹਿੰਦੁਸਤਾਨ ਦਾ ਹਿੱਸਾ ਜਿਵੇਂ ਪਹਿਲਾਂ ਮੰਨਿਆ ਜਾਂਦਾ, ਇਤਿਹਾਸਕ ਪੱਖ ਆਪਾਂ ਜੇ ਦੇਖੀਏ ਤਾਂ ਹਿੰਦੁਸਤਾਨ ਦਾ ਹਿੱਸਾ ਪੰਜਾਬ ਨਹੀਂ ਸੀ, ਪੰਜਾਬ ਅਲੱਗ ਸੀ। ਬ੍ਰਿਟਿਸ਼ ਸਰਕਾਰ ਦੇ ਸਮੇਂ ਬਣਿਆ ਹਿੰਦੁਸਤਾਨ ਦਾ ਹਿੱਸਾ। ਤਾਂ ਫਿਰ ਪੰਜਾਬ ਦੇ ਵਿੱਚ ਜੇ ਵੇਦਾਂ ਦੇ ਵਿੱਚ ਪੰਜਾਬੀਆਂ ਨੂੰ ਚੋਰ ਲਿਖਿਆ ਗਿਆ, ਇਹਦਾ ਮਤਲਬ ਉਹ ਸਾਡਾ ਪ੍ਰਬੰਧ ਜਿਹੜਾ ਪੰਜਾਬ ਦਾ ਸੀ ਉਹ ਥੋੜ੍ਹਾ ਅਲੱਗ ਕਿਸਮ ਦਾ ਸੀ। ਤਾਂ ਪੰਜਾਬ ਦੇ ਵਿੱਚ ਜਾਤ ਪਾਤ ਦੇ ਬੀਜ ਕਿਹਨਾਂ ਨੇ ਬੀਜੇ ਔਰ ਕਿਸ ਕਿਸਮ ਨਾਲ ਬੀਜੇ ਗਏ? ਮਤਲਬ ਕੀ ਮਜਬੂਰੀ ਬਣ ਗਈ ਪੰਜਾਬੀਆਂ ਦੀ ਕਿ ਜਾਤ ਪਾਤ ਨੂੰ ਐਕਸੈਪਟ ਕਰਨਾ ਪਿਆ? ਦੇਖੋ, ਗੱਲ ਇਹ ਹੈਗੀ ਕਿ ਜੇ ਤੁਸੀਂ ਬਿਲਕੁਲ ਠੀਕ ਕਿਹਾ, ਜਿਸ ਵੇਲੇ ਇਹ ਸੀ ਨਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਲੋਕ ਆਉਂਦੇ ਸੀਗੇ, ਜਿਹੜੇ ਇੱਕ ਇਹ ਆਰੀਅਨ ਲੋਕ ਵੀ ਪੰਜਾਬ ਦੇ ਵਿੱਚ ਹੀ ਨਿਕਲੇ, ਲੇਕਿਨ ਇਹ ਪੰਜਾਬ ਦੇ ਵਿੱਚ ਆਪਣਾ ਰਾਜ ਸਥਾਪਿਤ ਨਹੀਂ ਕਰ ਸਕੇ ਕਿਉਂਕਿ ਇੱਥੋਂ ਦੇ ਸਮਾਜ ਨੇ ਇਹਨਾਂ ਨੂੰ ਐਕਸੈਪਟ ਨਹੀਂ ਕੀਤਾ। ਇਹ ਫਿਰ ਇਸ ਤੋਂ ਨਿਕਲ ਕੇ ਜਾ ਕੇ ਗੰਗਾ ਜਮਨਾ ਘਾਟੀ ਦੇ ਵਿੱਚ ਇਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ, ਜਿੱਥੇ ਉੱਥੇ ਕਮਜ਼ੋਰ ਲੋਕ ਸਨ। ਇੱਥੋਂ ਦਾ ਜਿਹੜਾ ਸਿਸਟਮ ਸੀ, ਸੋਸ਼ਲ ਸਿਸਟਮ, ਉਹ ਇਹਨਾਂ ਨੂੰ ਪ੍ਰਵਾਨ ਨਹੀਂ ਸੀ ਕਰਦਾ। ਉਹ ਇਸ ਤਰ੍ਹਾਂ ਦੀ ਨਾ ਬਰਾਬਰੀ ਨੂੰ ਪ੍ਰਵਾਨ ਨਹੀਂ ਸੀ ਕਰਦਾ। ਇਸ ਕਰਕੇ ਇਹਨਾਂ ਨੇ ਜਿਸ ਵੇਲੇ ਉੱਥੇ ਰਹਿੰਦੇ ਸੀਗੇ ਗੰਗਾ ਯਮਨਾ ਦੇ ਵਿੱਚ, ਇਸ ਇਲਾਕੇ ਦੇ ਵਿੱਚ, ਉਦੋਂ ਜਦੋਂ ਵੀ ਕੋਈ ਬੰਦਾ ਇਧਰਲੇ ਪਾਸੇ ਨੂੰ ਆ ਜਾਂਦਾ ਸੀ, ਹਸਤਨੀਪੁਰ ਹਰਿਆਣੇ ਦੇ ਬਾਰਡਰ ਦੇ ਉੱਤੇ, ਉਹਨੂੰ ਸਥੂਨਾ ਉਸ ਵੇਲੇ ਕਿਹਾ ਜਾਂਦਾ ਸੀ। ਜਿਹੜਾ ਸਥੂਨਾ ਤੋਂ ਇਧਰਲੇ ਪਾਸੇ ਆ ਜਾਂਦਾ ਸੀ ਪੰਜਾਬ ਵੱਲ ਨੂੰ, ਉਸ ਨੂੰ ਕਹਿੰਦੇ ਸੀ ਇਹ ਭ੍ਰਿਸ਼ਟ ਹੋ ਗਿਆ, ਇਹ ਚੋਰਾਂ ਦੇ ਦੇਸ਼ ਚਲਾ ਗਿਆ। ਪੰਜਾਬ ਦੇ ਲੋਕਾਂ ਨੂੰ ਵਾਹਿਕ ਕਹਿੰਦੇ ਸੀਗੇ, ਲੋਕਾਂ ਦੇ ਇਹ ਪਸ਼ੂ ਚੋਰੀ ਕਰਦੇ ਨੇ, ਚੋਰ ਹਨਗੇ, ਔਰ ਇਹ ਇਹਨਾਂ ਨੂੰ ਮਾੜੇ ਤੋਂ ਮਾੜਾ ਸਮਝਦੇ ਸੀ। ਫਿਰ ਜਿਹੜਾ ਬੰਦਾ ਇੱਥੇ ਆ ਜਾਂਦਾ ਸੀ ਇਸ ਪ੍ਰਦੇਸ਼ ਦੇ ਵਿੱਚ, ਜਦੋਂ ਉਹ ਮੁੜ ਕੇ ਆਪਣੇ ਦੇਸ਼ ਜਾਂਦਾ ਸੀਗਾ ਜਮਨਾ ਘਾਟੀ ਦੇ ਵਿੱਚ, ਗੰਗਾ ਘਾਟੀ ਦੇ ਵਿੱਚ, ਤਾਂ ਉਸ ਦੀ ਸ਼ੁੱਧੀ ਕੀਤੀ ਜਾਂਦੀ ਸੀ ਮੰਤਰਾਂ ਦੇ ਅਨੁਸਾਰ, ਔਰ ਗੋਬਰ ਮਲ ਕੇ ਜੋ ਵੀ ਕੋਈ ਉਹਨਾਂ ਦਾ ਰਿਚੁਅਲ ਰਿਹਾ ਹੋਏਗਾ ਉਸ ਦੇ ਅਨੁਸਾਰ ਉਸ ਦੀ ਸ਼ੁੱਧੀ ਕੀਤੀ ਜਾਂਦੀ ਸੀ। ਸੋ ਪੰਜਾਬ ਦੇ ਵਿੱਚ ਇਹ ਅਲਾਮਤ ਨਹੀਂ ਸੀ ਔਰ ਇਹ ਕਦੇ ਵੀ ਇੱਥੇ ਪੈਰ ਨਹੀਂ ਫੜ ਸਕੀ। ਇਹ ਇੱਥੇ ਆਪਣੇ ਪੈਰਾਂ ਦੇ ਉੱਤੇ ਖੜੀ ਨਹੀਂ ਹੋ ਸਕੀ ਕਿਉਂਕਿ ਪੰਜਾਬ ਦੇ ਵਿੱਚ ਨਿੱਕੀਆਂ ਨਿੱਕੀਆਂ ਜਿਹੜੀਆਂ ਸਨ, ਇੱਥੇ ਰਿਪਬਲਿਕ ਸਨ। ਪੰਜਾਬ ਦੇ ਵਿੱਚ ਲੋਕਾਂ ਦਾ ਆਪਣਾ ਰਾਜ ਸੀ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਜ਼ਾਦੀ ਸੀ। ਲੋਕ ਕਿਸੇ ਦੇ ਗੁਲਾਮੀ ਨਹੀਂ ਸੀ ਕਰਦੇ, ਬਰਾਬਰ ਦੇ ਬਣ ਕੇ ਰਹਿੰਦੇ ਸੀ। ਇਸ ਕਰਕੇ ਇੱਥੇ ਇਹ ਜਾਤ ਪਾਤ ਦਾ ਸਿਸਟਮ ਜ਼ੋਰ ਨਹੀਂ ਫੜ ਸਕਿਆ। ਤਾਂ ਜਾਤ ਪਾਤ ਦਾ ਸਿਸਟਮ ਜਿਹੜਾ ਹੈਗਾ, ਇਸ ਦੇ ਵਿੱਚ ਜੇ ਆਪਾਂ ਦੇਖੀਏ ਸ਼ੁਰੂ ਤੋਂ, ਤਾਂ ਇਹ ਇਸ ਤਰ੍ਹਾਂ ਦਾ ਹੈਗਾ ਕਿ ਇਸ ਨੂੰ ਲਾਗੂ ਕਰਨ ਵਾਸਤੇ
ਬੜਾ ਜ਼ੋਰ ਲਾਉਣਾ ਪੈਂਦਾ ਸੀਗਾ ਤੇ ਉਸ ਦਾ ਧਾਰਮਿਕ ਆਧਾਰ ਹੁੰਦਾ ਸੀਗਾ ਕਿ ਬ੍ਰਹਮਾ ਨੇ ਇਹ ਕਿਹਾ ਹੈ ਤੇ ਇਸ ਵਾਸਤੇ ਇਹ ਆਦੇਸ਼ ਹੈ, ਧਾਰਮਿਕ ਆਦੇਸ਼ ਹੈ, ਇਸ ਨੂੰ ਲਾਗੂ ਕਰਨਾ ਜ਼ਰੂਰੀ ਹੈ। ਤਾਂ ਇਹ ਪੰਜਾਬ ਦੇ ਵਿੱਚ ਇਹ ਪੋਜੀਸ਼ਨ ਹੈ ਨਹੀਂ ਸੀ ਤੇ ਇਸ ਕਰਕੇ ਇੱਥੇ ਇਸ ਦਾ ਜਿਹੜਾ ਬਸਤੀਵਾਦੀ ਪਿਛੋਕੜ ਹੈ, ਜੇ ਤਾਂ ਆਰੀਆ ਲੋਕ ਇਸ ਨੂੰ ਬਸਤੀ ਬਣਾ ਲੈਂਦੇ ਪੰਜਾਬ ਨੂੰ, ਤਾਂ ਫਿਰ ਤਾਂ ਇੱਥੇ ਵੀ ਸ਼ਾਇਦ ਇਹ ਲਾਗੂ ਕਰ ਲੈਂਦੇ, ਲੇਕਿਨ ਇਹ ਇੱਥੇ ਲਾਗੂ ਨਹੀਂ ਕਰ ਸਕੇ। ਤਾਂ ਇਹ ਹਿੰਦੁਸਤਾਨ ਦੇ ਵਿੱਚ ਜਿਸ ਵੇਲੇ ਆਈ ਹੈ ਜਾਤ ਪਾਤ, ਇਹ 1500 BC ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਆਈ ਹੈ, ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਪੰਜਾਬ ਨੂੰ ਇਸ ਤੋਂ ਬਾਹਰ ਸਮਝਦੇ ਰਹੇ ਹੈ। ਔਰ ਇੱਥੇ ਪੰਜਾਬ ਦੇ ਵਿੱਚ ਹੀ ਦੇਖੋ ਬੁੱਧ ਧਰਮ ਵੀ ਫੈਲਿਆ, ਬਾਅਦ ਦੇ ਵਿੱਚ ਬੁੱਧ ਧਰਮ ਨੇ ਚੈਲੰਜ ਕੀਤਾ ਇਸ ਨੂੰ, ਔਰ ਕਈ ਸਦੀਆਂ ਬੁੱਧ ਧਰਮ ਇਸ ਪੰਜਾਬ ਦੇ ਵਿੱਚ ਤੇ ਬਾਕੀ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਰਿਹਾ। ਉਸ ਵੇਲੇ ਵੀ ਪੰਜਾਬ ਨੇ ਬੁੱਧ ਧਰਮ ਦੇ ਵਿੱਚ ਜਿਹੜੇ ਸੌੜੇ ਵਿਚਾਰ ਸੀ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਇਹਨਾਂ ਨੇ ਇੱਥੇ ਮਹਾਯਾਨ ਬਣਾਇਆ, ਉਹਨਾਂ ਦਾ ਹੀਨਯਾਨ ਬੁੱਧਿਜ਼ਮ ਹੈ ਜਿਹੜਾ ਕਿ ਕਈ ਮੁਲਕਾਂ ਦੇ ਵਿੱਚ ਪ੍ਰਚਲਿਤ ਹੈ, ਲੇਕਿਨ ਚੀਨ ਵਗੈਰਾ ਦੇ ਵਿੱਚ ਐਕਸਪੋਰਟ ਕਰਨ ਵਾਸਤੇ ਪੰਜਾਬ ਦੇ ਵਿੱਚ ਉਸ ਨੂੰ ਮੋਡੀਫਾਈ ਕੀਤਾ ਗਿਆ ਆਪਣੇ ਸੁਭਾਅ ਦੇ ਅਨੁਸਾਰ, ਔਰ ਉਸ ਨੂੰ ਮਹਾਯਾਨ ਬਣਾਇਆ ਗਿਆ, ਵੱਡਾ ਵਹੀਕਲ, ਯਾਨੀ ਕਿ ਉਹ ਸੌੜੀਆਂ ਜਿਹੜੀਆਂ ਰੀਤਾਂ ਸਨ ਉਹਨਾਂ ਨੂੰ ਛੱਡ ਕੇ ਤੇ ਉਸ ਨਾਲੋਂ ਵੱਡਾ ਬਣਾਇਆ ਗਿਆ। ਸੋ ਜਦੋਂ ਤਾਈਂ ਆਪਾਂ ਪੰਜਾਬ ਨੂੰ ਦੇਖਦੇ ਹਾਂ ਤਾਂ ਇਸ ਦੇ ਵਿੱਚ ਜਾਤ ਪਾਤ ਕਦੋਂ ਆਇਆ? ਇਹ ਜਿਹੜਾ ਜਾਤ ਪਾਤ ਹੈ, ਤੁਸੀਂ ਆਪਣਾ ਇਤਿਹਾਸ ਸ਼ੁਰੂ ਹੁੰਦਾ ਹੈ ਤਕਰੀਬਨ 1000 AD ਤੋਂ, ਈਸਾ ਤੋਂ 1000 ਸਾਲ ਬਾਅਦ ਜਦੋਂ ਮੁਹੰਮਦ ਗੌਰੀ ਇੱਥੇ ਹਮਲਾ ਕਰਦਾ ਹੈ। ਉਸ ਤੋਂ ਬਾਅਦ 500 ਸਾਲ ਤੱਕ ਤੁਹਾਨੂੰ ਇਤਿਹਾਸ ਦੇ ਵਿੱਚ ਕਿਸੇ ਪੰਜਾਬੀ ਦਾ ਨਾਂ ਨਹੀਂ ਮਿਲਦਾ। ਜਾਤ ਪਾਤ ਨੂੰ ਛੱਡੋ, ਕੁਛ ਵੀ ਹੋਰ ਬਾਕੀ ਚੀਜ਼ਾਂ ਛੱਡੋ, ਕਿਸੇ ਪੰਜਾਬੀ ਦਾ ਨਾਂ ਨਹੀਂ। ਇਸ ਪੰਜਾਬ ਦੀ ਧਰਤੀ ਦੇ ਉੱਤੇ ਹੁਕਮਰਾਨ ਬਥੇਰੇ ਹੋਏ, ਈਰਾਨੀ ਹੋਏ, ਤੁਰਾਨੀ ਹੋਏ, ਅਫਗਾਨੀ ਹੋਏ, ਪਠਾਨ ਹੋਏ, ਕਈ ਕਿਸਮ ਦੇ ਹੋਏ, ਲੇਕਿਨ ਉਹਨਾਂ ਦੇ ਵਿੱਚ ਇੱਕ ਵੀ ਪੰਜਾਬੀ ਦਾ ਨਾਂ ਸਾਨੂੰ ਸਾਰੇ ਇਤਿਹਾਸ ਦੇ ਵਿੱਚ ਨਹੀਂ ਮਿਲਦਾ। ਸੋ ਸਭ ਤੋਂ ਪਹਿਲਾਂ ਹੁਣ ਇਸ ਦੇ ਵਿੱਚ ਅਸੀਂ ਕੀ ਕਹੀਏ ਵੀ ਜਾਤ ਪਾਤ ਸੀ ਕਿ ਨਹੀਂ ਸੀ? ਜਾਤ ਪਾਤ ਹੈ ਨਹੀਂ ਸੀ, ਜ਼ਾਹਰ ਹੈ, ਨਹੀਂ ਤਾਂ ਇਸ ਦੀ ਕੋਈ ਸਮਾਜ ਦੀ ਕੋਈ ਅਲਾਮਤ, ਕੋਈ ਇਸ ਤਰ੍ਹਾਂ ਦੇ ਰੌਲੇ ਰੱਪੇ ਸਾਨੂੰ ਇਤਿਹਾਸ ਦੇ ਵਿੱਚ ਰਿਫਲੈਕਟ ਹੋਏ, ਉਹਨਾਂ ਦਾ ਅਕਸ ਮਿਲਦਾ ਸਾਨੂੰ। ਉਸ ਤੋਂ ਬਾਅਦ ਗੁਰੂ ਨਾਨਕ ਆਉਂਦੇ ਨੇ। ਗੁਰੂ ਨਾਨਕ 500 ਸਾਲਾਂ ਦੇ ਵਿੱਚ ਪਹਿਲਾ ਪੰਜਾਬੀ ਹੈ ਜਿਸ ਦਾ ਨਾਂ ਇਤਿਹਾਸ ਦੇ ਵਿੱਚ ਆਉਂਦਾ ਹੈ। ਉਸ ਦੇ ਵਿੱਚ ਗੁਰੂ ਨਾਨਕ ਕੀ ਕਹਿੰਦੇ ਨੇ? ਗੁਰੂ ਨਾਨਕ ਕਹਿੰਦੇ ਨੇ ਕਿ ਭਾਈ ਗੁਰਦਾਸ ਕਹਿੰਦਾ ਉਹਨਾਂ ਨੇ 4 ਵਰਣਾ ਇੱਕ ਵਰਣ ਕਰਾਇਆ। ਉਹਨਾਂ ਨੇ ਕਿਹਾ ਜਿਹੜੀਆਂ ਇਹ ਪਠਾਣਾਂ ਦੇ ਤੇ ਸਮੇਂ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀਆਂ ਅਲਾਮਤਾਂ ਆਈਆਂ ਨੇ ਤਾਂ ਇਹਨਾਂ ਨੂੰ ਸਾਰੀਆਂ ਨੂੰ ਤਜ ਦਿਓ, ਛੱਡ ਦਿਓ। ਉਹਨਾਂ ਨੇ ਕਿਹਾ ਆਗੇ ਜੋਤ ਨਾ, ਆਗੇ ਜਾਤ ਨਾ ਜ਼ੋਰ ਹੈ, ਆਗੇ ਜਿਉ ਨਵੇਂ। ਉੱਥੇ ਤਾਂ ਜਾਤ ਦਾ ਕੋਈ ਜ਼ੋਰ ਨਹੀਂ ਹੈਗਾ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ। ਇਹ ਰਾਗ ਆਸਾ ਦੇ ਵਿੱਚ ਸੱਚੇ ਪਾਤਸ਼ਾਹ ਨੇ ਫਰਮਾਇਆ। ਫਿਰ ਉਹਨਾਂ ਨੇ ਇਹ ਜਿਹੜੀਆਂ ਦਰਜਾ ਬਦਰਜਾ ਇਹਨਾਂ ਨੇ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ ਹਿੰਦੁਸਤਾਨ ਨੂੰ, ਦੂਸਰੇ ਲੋਕਾਂ ਨੇ, ਗੁਰੂ ਸਾਹਿਬ ਨੇ ਉਸ ਨੂੰ ਕੰਡੈਮ ਕੀਤਾ ਔਰ ਕਿਹਾ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਨਾਗਤ ਹਰ ਕੇ ਲੋਕ। ਅਸੀਂ ਤਾਂ ਜੀ ਨਾ ਉੱਚੇ ਆ, ਨਾ ਨੀਵੇਂ ਆ, ਨਾ ਮੱਧਮ ਦਰਜੇ ਦੇ ਆ, ਜਿਸ ਤਰ੍ਹਾਂ ਇਹਨਾਂ ਨੇ ਬਣਾਏ ਸੀ 4 ਦਰਜੇ। ਅਸੀਂ ਤਾਂ ਸਿਰਫ ਪ੍ਰਮਾਤਮਾ ਦੇ ਲੋਕ, ਉਸ ਦੀ ਸ਼ਰਨ ਦੇ ਵਿੱਚ ਆਏ ਹੋਏ ਇਨਸਾਨ ਆ, ਸਾਰੇ ਆਪਣੇ ਆਪ ਨੂੰ ਬਰਾਬਰ ਸਮਝਦੇ ਆ। ਸੋ ਜਿਹੜੀ ਇਹ ਬੈਕਗਰਾਉਂਡ ਸੀ, ਪਿੱਠ ਭੂਮੀ ਸੀ ਜਿਹੜੀ, ਇਸ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆ ਕੇ ਸਭ ਤੋਂ ਪਹਿਲਾਂ ਜਿੱਥੇ ਵੀ ਹਿੰਦੁਸਤਾਨ ਦੇ ਵਿੱਚ ਜਾਤ ਪਾਤ ਪ੍ਰਵੇਲ ਕਰਦਾ ਸੀ ਉਸ ਨੂੰ ਚੈਲੰਜ ਕੀਤਾ। ਔਰ ਚੈਲੰਜ ਕਦੋਂ ਕੀਤਾ? 8-9 ਸਾਲ ਦੀ ਉਮਰ ਦੇ ਵਿੱਚ, ਜਦੋਂ ਉਹਨਾਂ ਨੂੰ ਜਨੇਊ ਪਾਉਣ ਵਾਸਤੇ ਕਿਹਾ ਗਿਆ। ਹੁਣ ਇਹ ਰਸਮ ਇਹਨਾਂ ਦੇ ਵਿੱਚ, ਇਹਨਾਂ ਲੋਕਾਂ ਦੇ ਵਿੱਚ ਇੱਥੇ ਹੋਏਗੀ, ਤਾਂ ਇਹ ਰਸਮ ਜਿਹੜੀ ਹੈ ਇਸ ਤੋਂ ਇਹ ਜਿਹੜਾ ਧਰਮ ਹੈ ਔਰ ਜਾਤ ਪਾਤ ਹੈ ਸ਼ੁਰੂ ਹੁੰਦਾ ਹੈ। ਜਿਸ ਵੇਲੇ ਤੁਸੀਂ ਜਨੇਊ ਪਾ ਲਿਆ, ਤੁਹਾਡਾ ਦੂਸਰਾ ਜਨਮ ਹੋ ਗਿਆ, ਔਰ ਦੂਸਰਾ ਜਨਮ ਧਰਮ ਦੇ ਵਿੱਚ ਹੋਇਆ ਹੈ। ਹੁਣ ਉਸ ਤੋਂ ਬਾਅਦ ਤੁਸੀਂ ਉਸ ਧਰਮ ਦੀ ਜਿਹੜੇ ਅਸੂਲ ਹਨਗੇ ਉਹਨਾਂ ਨੂੰ ਲਾਗੂ ਕਰਨ,
ਤੇ ਉਹਨਾਂ ਨੂੰ ਮੰਨਣ ਦੇ ਪਾਬੰਦ ਹੋ ਜਾਂਦੀ ਹੈ। ਤਾਂ ਇਸ ਦੇ ਵਿੱਚ ਕੀ ਕਰਨਾ ਪੈਂਦਾ ਸੀ, ਪਹਿਲਾਂ ਭਦਨ ਕਰਾਉਣਾ ਪੈਂਦਾ ਸੀ, ਸਿਰ ਸਾਰਾ ਮੁੰਨ ਦਿੰਦੇ ਸਨ। ਜੇ ਤੁਸੀਂ ਵੀ, ਮੈਂ ਕਈ ਦੋਸਤਾਂ ਦੇ ਇਹਨਾਂ ਦੇ ਇਸ ਯੱਗੋਪਵੀਤ ਸੈਰੇਮਨੀ ਦੇ ਉੱਤੇ ਮੈਂ ਹਾਜ਼ਰੀ ਭਰੀ ਹੈ, ਤਾਂ ਉੱਥੇ ਪਹਿਲਾਂ ਬੱਚੇ ਦਾ ਸਾਰਾ ਸਿਰ ਮੁੰਨ ਦਿੰਦੇ ਆ। 8-9 ਸਾਲ ਦੀ ਉਮਰ ਦੇ ਵਿੱਚ ਇਹ ਕਰਦੇ ਨੇ, ਜਿਹੜਾ ਇਹ ਜਨੇਊ ਪਾਉਣ ਦਾ ਕਰਮ ਹੈ। ਤੇ ਗੁਰੂ ਨਾਨਕ ਸਾਹਿਬ ਨੇ ਇਸ ਕਰਕੇ ਇਸ ਨੂੰ ਛੱਡ ਦਿੱਤਾ ਕਿ ਨਾ ਤਾਂ ਮੈਂ ਕੋਈ ਲੋਕਾਂ ਨਾਲੋਂ ਫਰਕ ਹਾਂ, ਤੇ ਨਾ ਹੀ ਮੈਂ ਭਜਨ ਕਰਾਉਣ ਨੂੰ ਤਿਆਰ ਹਾਂ, ਨਾ ਮੈਂ, ਕਿਉਂਕਿ ਕੇਸ ਉਹੀ ਰੱਖਣੇ ਨੇ ਜਿਹੜੇ ਪ੍ਰਮਾਤਮਾ ਨੇ ਬਖਸ਼ੇ। ਜਿਸ ਤਰ੍ਹਾਂ ਦੀ ਸੂਰਤ ਪ੍ਰਮਾਤਮਾ ਨੇ ਦਿੱਤੀ ਹੈ, ਉਸ ਤਰ੍ਹਾਂ ਦੀ ਉਸ ਦੀ ਦਰਗਾਹ ਦੇ ਵਿੱਚ ਲੈ ਕੇ ਜਾਣੀ ਹੈ। ਸੋ ਇਹ ਜਿਹੜੇ ਸੀਗੇ, ਇਹ ਜਾਤ ਪਾਤ ਜਿਹੜੇ ਹਨ, ਇਹਨਾਂ ਨੂੰ ਮੈਂ ਨਹੀਂ ਮੰਨਦਾ। ਸੋ ਇਹ ਗੁਰੂ ਨਾਨਕ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਕੀ ਹੋਇਆ, ਜਦੋਂ ਤੱਕ ਸਿੱਖਾਂ ਦਾ ਬੋਲਬਾਲਾ ਰਿਹਾ 1849 ਤੱਕ, ਇਹ ਜਾਤ ਪਾਤ ਨੇ ਕਿਧਰੇ ਸਿਰ ਨਹੀਂ ਚੁੱਕਿਆ। ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਵੀ ਅਸੀਂ ਕਿਤੇ ਨਹੀਂ ਦੇਖਦੇ ਕਿ ਕੋਈ ਜਾਤਾਂ ਪਾਤਾਂ ਦਾ ਜ਼ਿਕਰ ਹੈ। ਮਾਸਟਰ ਤਾਰਾ ਸਿੰਘ ਜੀ ਇੱਕ ਵਾਰੀ ਵੈਕਮ ਇਹਨਾਂ ਨੇ ਤਾਮਿਲਨਾਡੂ ਵਾਲਿਆਂ ਨੇ ਕਾਫੀ ਵੱਡਾ ਸਾਰਾ ਅੰਦੋਲਨ ਕੀਤਾ, ਜਿਸ ਦੇ ਵਿੱਚ ਮਾਸਟਰ ਜੀ ਨੇ ਵੀ ਸ਼ਮੂਲੀਅਤ ਕੀਤੀ। ਮਾਸਟਰ ਜੀ ਉੱਥੇ ਗਏ ਨੇ ਤੇ ਉਹਨਾਂ ਨੇ ਦੱਸਿਆ, ਉਹਨਾਂ ਨੇ ਜਿਹੜਾ ਸਪੀਚ ਦਿੱਤਾ ਉਸ ਵੇਲੇ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਦੇਖੋ ਸਾਡੇ 12 ਮਿਸਲਾਂ ਹੋਈਆਂ ਨੇ, ਉਹਨਾਂ ਦੇ ਵਿੱਚ ਕੋਈ ਵੀ ਮਿਸਲਦਾਰ ਉੱਚੀ ਜਾਤ ਦੇ ਵਿੱਚੋਂ ਨਹੀਂ ਸੀ, ਸਾਰੇ ਦੇ ਸਾਰੇ ਅਸੀਂ ਸ਼ੂਦਰਾਂ ਦੇ ਵਿੱਚੋਂ ਸਾਂ। ਔਰ ਉਹਨਾਂ ਨੇ ਦੱਸਿਆ ਕਿ ਤੁਸੀਂ ਜੇ ਸਿੱਖ ਬਣਨਾ, ਜੇ ਤੁਸੀਂ ਜਾਤ ਪਾਤ ਨੂੰ ਛੱਡਣਾ, ਤਾਂ ਤੁਹਾਨੂੰ ਇਹ ਜਿਹੜੇ ਸਿਮਰਤੀਆਂ ਸ਼ਾਸਤਰ ਆਉਣਗੇ ਛੱਡਣੇ ਪੈਣਗੇ, ਤੇ ਤੁਸੀਂ ਇਸ ਧਰਮ ਦੇ ਵਿੱਚ ਆਓ। ਜੇ ਤੁਸੀਂ ਨਹੀਂ ਵੀ ਆਉਣਾ ਚਾਹੁੰਦੇ ਤਾਂ ਵੀ ਸਾਡਾ ਫਰਜ਼ ਹੈ ਕਿ ਅਸੀਂ ਤੁਹਾਡੀ ਸੇਵਾ ਕਰਨੀ ਹੈ, ਅਸੀਂ ਤੁਹਾਡੀ ਮਦਦ ਕਰਨੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਨਸਾਨ ਦੇ ਤੌਰ ਦੇ ਉੱਤੇ ਆਪਣਾ ਜੀਵਨ ਜਿਓ, ਨਾ ਕਿ ਇਹ ਜਾਤ ਪਾਤ ਸਿਸਟਮ ਦੇ ਵਿੱਚ ਗੁਲਾਮ ਹੋ ਕੇ ਜਿਉਂਦੇ ਰਹੋ। ਸੋ ਇਹ ਜਿਹੜਾ ਸਿਸਟਮ ਹੈ, ਇਹ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਤੱਕ 1849 ਤੱਕ ਸਾਡੇ ਵਿੱਚ ਕਿਤੇ ਨਜ਼ਰ ਨਹੀਂ ਆਉਂਦਾ। ਨਾ ਹੀ ਵੱਡੇ ਵੱਡੇ ਲੋਕਾਂ ਦੀ, ਜਿਹੜੇ ਉਸ ਵੇਲੇ ਦੇ ਪ੍ਰਮੁੱਖ ਲੋਕ ਸਨ, ਨਾ ਹੀ ਉਹਨਾਂ ਦੀ ਕੋਈ ਜਾਤ ਪਾਤ ਨਜ਼ਰ ਆ ਰਹੀ ਹੈ, ਨਾ ਹੀ ਉਹਨਾਂ ਦੇ ਕੋਈ ਉਹਦੇ ਵਿੱਚ ਦਿਸਦਾ ਹੈ ਕਿ ਜੀ ਫਲਾਣੇ ਆਦਮੀ ਦੀ ਜਾਤ ਸੀ। ਹੁਣ ਕੋਈ ਨਲੂਏ ਨੂੰ ਮਜ਼ਹਬੀ ਕਹੀ ਜਾਂਦੇ ਨੇ, ਕਈ ਲੋਕ ਬਾਬਾ ਦੀਪ ਸਿੰਘ ਨੂੰ ਮਜ਼ਹਬੀ ਕਹੀ ਜਾਂਦੇ ਨੇ, ਲੇਕਿਨ ਨਲੂਏ ਦੇ ਜਿਹੜੇ ਵੰਸ਼ਜ ਹੈਗੇ ਉਹ ਅਜੇ ਤਾਈਂ ਹਨਗੇ, ਤੇ ਉਹ ਆਪਣੇ ਆਪ ਨੂੰ ਉੱਪਰ ਖੱਤਰੀ ਕਹਿੰਦੇ ਆ। ਲੇਕਿਨ ਇਹ ਅੱਜ ਦੇ ਜ਼ਮਾਨੇ ਦੀਆਂ ਗੱਲਾਂ ਕਰ ਰਹੇ ਨੇ। ਉਸ ਵੇਲੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਕੌਣ ਕਿਸ ਜਾਤ ਦੇ ਵਿੱਚੋਂ ਤੇ ਕੌਣ ਨਹੀਂ, ਸਾਰੇ ਦੇ ਸਾਰੇ ਸ਼ੂਦਰ ਸਨ। ਜਿਹੜੀਆਂ ਪੰਚਾਇਤਾਂ ਸੀਗੀਆਂ ਫੌਜਾਂ ਦੇ ਵਿੱਚ, ਉਹ ਰਾਜ ਕਰਦੀਆਂ ਸੀ, ਪੰਚਾਇਤਾਂ ਫੈਸਲੇ ਕਰਦੀਆਂ ਸੀ, ਔਰ ਉਸ ਪੰਚਾਇਤ ਦੇ ਵਿੱਚ ਜਿਹੜੇ ਵੀ ਪੰਚ ਚੁਣੇ ਜਾਂਦੇ ਸੀ ਉਹ ਆਪਣਾ ਫੈਸਲਾ ਕਰ ਲੈਂਦੇ ਸੀ ਲੜਾਈ ਪੜ੍ਹਾਈ ਦੇ ਬਾਰੇ ਜਾਂ ਬਾਕੀ ਸਾਰੇ ਹੋਰ ਮਸਲਿਆਂ ਦੇ ਬਾਰੇ। ਉਸ ਵੇਲੇ ਅੰਗਰੇਜ਼ਾਂ ਦੀ ਇੱਕ ਬੜੀ ਇੰਟਰਸਟਿੰਗ ਟਿੱਪਣੀ ਹੈ। ਅੰਗਰੇਜ਼ ਕਹਿੰਦੇ ਨੇ ਕਿ ਅਸੀਂ ਇੰਨੇ 150 ਸਾਲ ਹੋ ਗਿਆ ਸਾਨੂੰ ਇੱਥੇ, ਤੇ ਇੰਨੇ ਸਾਲਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਆਪਣੀਆਂ ਫੌਜਾਂ ਦੇ ਵਿੱਚ ਮੈਸ ਨਹੀਂ ਸਥਾਪਿਤ ਕਰ ਸਕੇ, ਕਾਮਨ ਕਿਚਨ ਨਹੀਂ ਬਣਾ ਸਕੇ, ਲੰਗਰ ਨਹੀਂ ਬਣਾ ਸਕੇ। ਲੇਕਿਨ ਸਿੱਖ ਫੌਜਾਂ ਦੇ ਵਿੱਚ ਲੰਗਰ ਚੱਲਦਾ ਹੈ, ਸਾਰੇ ਦੇ ਸਾਰੇ ਸਿੱਖ ਇੱਕੇ ਜਗ੍ਹਾ ਤੋਂ ਰੋਟੀ ਖਾਂਦੇ ਨੇ। ਤਾਂ ਇਹ ਬੜੀ ਯੂਨੀਕ ਗੱਲ ਸੀ। ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਪਹਿਲੇ ਵਾਰੀ, ਤੇ ਉਸਨੇ ਕੋਈ ਦੂਸਰੇ ਦੇ ਹੱਥ ਦਾ ਖਾਣਾ ਨਹੀਂ ਖਾਂਦਾ। ਉਹਨੇ ਕਿਹਾ ਫਿਰ ਇਹੋ ਜਿਹੇ ਲੋਕਾਂ ਨੇ ਕੀ ਲੜਨਾ ਸਾਡੇ ਨਾਲ, ਅਸੀਂ ਤਾਂ ਜਿੱਤੇ ਪਏ ਹਾਂ। ਸੋ ਇਹ ਜਿਹੜਾ ਹੈਗਾ ਨਾ, ਇਹ ਟਿੱਪਣੀ ਇੱਕ ਅੰਗਰੇਜ਼ਾਂ ਦੇ ਸਮੇਂ ਦੀ ਦੱਸਦੀ ਹੈ ਕਿ ਸਿੱਖੀ ਦੇ ਵਿੱਚ ਉਸ ਵੇਲੇ ਵੀ ਜਾਤ ਪਾਤ ਦੀ ਕੋਈ ਗੱਲਬਾਤ ਨਹੀਂ ਸੀ। ਫਿਰ ਅੰਗਰੇਜ਼ਾਂ ਨੇ ਦੇਖਿਆ ਤਾਂ ਇਹਨਾਂ ਦੇ ਵਿੱਚ ਜਾਤ ਪਾਤ ਸਿਸਟਮ ਹੋਣਾ ਜ਼ਰੂਰੀ ਹੈ, ਜਿਸ ਕਾਰਨ ਉਹਨਾਂ ਨੇ ਬਾਕੀ ਮੁਲਕਾਂ ਦੇ ਵਿੱਚ ਥੋੜੀ ਜਿਹੀ ਫੌਜ ਹੁੰਦਿਆਂ ਹਮਲੇ ਕਰਕੇ ਤੇ ਕਬਜ਼ੇ ਕਰ ਲਏ ਸਨ। ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਹੀ ਇਹਨਾਂ ਦੇ ਵਿੱਚ ਜਾਤ ਪਾਤ ਸਥਾਪਿਤ ਕਰ ਦਈਏ, ਤਾਂ ਕਿ ਇਹ ਆਪਸ ਦੇ ਵਿੱਚ ਇੰਨੇ ਕਮਜ਼ੋਰ ਹੋ ਜਾਣ ਕਿ ਸਾਡਾ ਮੁਕਾਬਲਾ ਨਾ ਕਰ ਸਕਣ। ਉਹਨਾਂ ਨੇ ਮਹੰਤਾਂ ਦੇ ਰਾਹੀਂ, ਜਿਹੜੇ ਕਿ ਨਿਰਮਲੇ ਸਨ, ਉਦਾਸੀ ਸਨ, ਹਿੰਦੂ ਮਹੰਤ ਸਨ,
ਉਹਨਾਂ ਲੋਕਾਂ ਦੇ ਰਾਹੀਂ ਇਹ ਨਿਰਮਲੇ ਸਾਰੇ ਪਹਿਲਾਂ ਹਿੰਦੂ ਮਹੰਤ ਹੀ ਸਨ। ਔਰ ਜਿਸ ਵੇਲੇ ਪਹਿਲਾ ਜ਼ਿਕਰ ਆਉਂਦਾ ਇਹਨਾਂ ਦਾ 1860 ਦੇ ਕਰੀਬ ਅੰਗਰੇਜ਼ ਜ਼ਿਕਰ ਕਰਦੇ ਨੇ, ਤਾਂ ਉਹ ਕਹਿੰਦੇ ਨੇ ਵੀ ਕੋਈ ਇਹਨਾਂ ਦੇ ਵਿੱਚੋਂ ਸਿੱਖ ਹੈ ਤੇ ਬਾਕੀ ਸਾਰੇ ਇਹ ਹਿੰਦੂ ਮਹੰਤ ਹਨਗੇ। ਤਾਂ ਇਹ ਸਾਰਿਆਂ ਨੂੰ ਉਹਨਾਂ ਨੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕਰਵਾ ਦਿੱਤੇ ਤੇ ਨਤੀਜਾ ਇਹ ਨਿਕਲਿਆ ਕਿ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਰੱਖਤੀਆਂ, ਨਾਲ ਇਹਨਾਂ ਨੇ ਉੱਥੇ ਇਸ ਤਰ੍ਹਾਂ ਦੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ ਹਿੰਦੂ ਧਰਮ ਦੇ ਅਨੁਸਾਰ, ਤੇ ਬੁੱਤ ਰੱਖੇ ਗਏ ਪਰਿਕਰਮਾ ਦੇ ਵਿੱਚ। ਔਰ ਇਸ ਤਰ੍ਹਾਂ ਨਾਲ ਇਹਨਾਂ ਨੇ ਜਿਹੜੇ ਦੂਸਰੇ ਜਿਨ੍ਹਾਂ ਨੂੰ ਇਹ ਨੀਵੀਆਂ ਜਾਤਾਂ ਸਮਝਦੇ ਸਨ ਉਹਨਾਂ ਦਾ ਪ੍ਰਸ਼ਾਦ ਲੈਣਾ ਬੰਦ ਕਰ ਦਿੱਤਾ ਤੇ ਉਹਨਾਂ ਦੇ ਵਾਸਤੇ ਸਮਾਂ ਨਿਯਤ ਕਰਤਾ ਕਿ ਇਸ ਸਮੇਂ ਆ ਸਕਦੇ ਨੇ ਦਰਬਾਰ ਸਾਹਿਬ, ਤੇ ਉਹਨਾਂ ਵਾਸਤੇ ਜਗ੍ਹਾ ਨਿਯਤ ਕਰਤੀ ਕਿ ਇਸ ਥਾਂ ਦੇ ਉੱਤੇ ਇਹ ਇਸ਼ਨਾਨ ਕਰ ਸਕਦੇ ਨੇ। ਲੇਕਿਨ ਇਹ ਗੱਲ ਜਿਹੜੀ ਫਿਰ ਸਿੱਖਾਂ ਦੇ ਵਿੱਚ ਜਾਗਰਤੀ ਆਈ, ਸਿੰਘ ਸਭਾ ਲਹਿਰ ਚੱਲੀ। ਸਿੰਘ ਸਭਾ ਲਹਿਰ ਇਸੇ ਵਾਸਤੇ ਚੱਲੀ ਸੀ ਵੀ ਇਸ ਤਰ੍ਹਾਂ ਦੇ ਕੁਕਰਮ ਸਾਡੇ ਗੁਰਦੁਆਰਿਆਂ 'ਚ ਹੋ ਰਹੇ ਹੈ, ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ, ਸਾਡੇ ਉੱਤੇ ਠੋਸੀ ਜਾ ਰਹੀ ਹੈ। ਤਾਂ ਉਸ ਦੇ ਵਿੱਚ ਇਹਨਾਂ ਨੇ ਜਿਸ ਵੇਲੇ ਸਿੰਘ ਸਭਾ ਲਹਿਰ ਦੇ ਲੋਕਾਂ ਨੇ ਅੰਮ੍ਰਿਤ ਛਕਣਾ ਸ਼ੁਰੂ ਕੀਤਾ ਔਰ ਇਹਨਾਂ ਨੇ ਹਿੰਦੂ ਰੀਤਾਂ ਨੂੰ ਛੱਡਣਾ ਆਰੰਭ ਕੀਤਾ, ਤਾਂ ਮਹੰਤਾਂ ਨੇ ਇਹਨਾਂ ਦਾ ਪ੍ਰਸ਼ਾਦ ਵੀ ਲੈਣਾ ਬੰਦ ਕਰ ਦਿੱਤਾ। ਇੱਥੋਂ ਤੱਕ ਕਿ ਮਜੀਠੀਆ ਆਪਣੇ ਲੜਕੇ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਦੇਗ ਲੈ ਕੇ ਹਾਜ਼ਰ ਹੋਇਆ ਤਾਂ ਉਸ ਦੀ ਦੇਗ ਵੀ ਪ੍ਰਵਾਨ ਨਹੀਂ ਕੀਤੀ। ਜਿਹੜੇ ਸਿੰਘ ਸਭੀਏ ਆਉਂਦੇ ਸਨ ਮੱਥਾ ਟੇਕਣ ਵਾਸਤੇ, ਕਈ ਕਿਰਪਾਨ ਧਾਰੀ ਔਰ ਅੰਮ੍ਰਿਤ ਛਕਿਆ ਹੁੰਦਾ ਸੀ, ਤਾਂ ਇਹ ਕਹਿੰਦੇ ਸੀ ਤੁਸੀਂ ਕਿਰਪਾਨ ਲੈ ਕੇ ਮੱਥਾ ਨਹੀਂ ਟੇਕ ਸਕਦੇ। ਕਈ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ। ਸੋ ਉੱਥੇ ਮਸਲਾ ਸਿੱਖੀ ਦਾ ਸੀ। ਸਿੱਖ ਲੋਕ ਜਿਹੜੇ ਸੀਗੇ, ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਸੀ ਗੁਰੂ ਦੇ, ਉਹ ਸਾਰੇ ਦੇ ਸਾਰੇ ਇਸ ਦੇ ਵਿਰੁੱਧ ਸਨ। ਸਰਕਾਰ ਮਹੰਤਾਂ ਦੀ ਪਿੱਠ ਦੇ ਉੱਤੇ ਸੀ। ਮਹੰਤ ਇਸ ਚੀਜ਼ ਨੂੰ ਲਾਗੂ ਕਰ ਰਹੇ ਸਨ ਤਾਂ ਕਿ ਸਿੱਖਾਂ ਦੇ ਵਿੱਚ ਕਦੇ ਵੀ ਬਗਾਵਤ ਨਾ ਹੋ ਸਕੇ। ਸੋ 1920 ਦੇ ਕਰੀਬ ਜਦੋਂ ਕਿ ਦੇਖੋ ਇਹ ਸੰਸਾਰ ਜੇਤੂ ਵਰਲਡ ਵਾਰ ਜਿੱਤ ਚੁੱਕੇ ਸਨ ਅੰਗਰੇਜ਼, ਉਸ ਵੇਲੇ ਕੁਝ ਲੋਕਾਂ ਨੇ ਹਮਲਾ ਮਾਰਿਆ ਕਿ ਅਸੀਂ ਜੀ, ਉਹਨਾਂ ਨੇ ਕਿਸੇ ਚੀਜ਼ ਤੋਂ ਡਰੇ ਨਹੀਂ, ਉਹਨਾਂ ਨੇ ਸਿਰਫ ਗੁਰੂ ਦੇ ਸ਼ਬਦ ਦੇ ਉੱਤੇ ਟੇਕ ਰੱਖੀ ਕਿ ਗੁਰੂ ਕਹਿੰਦਾ ਸਾਨੂੰ ਅਸੀਂ ਸਾਰੇ ਬਰਾਬਰ ਹਾਂ ਤੇ ਅਸੀਂ ਕਿਸੇ ਵੀ ਕੋਈ ਵੀ ਸਮਰਾਜ ਹੋਵੇ ਤੇ ਕੋਈ ਵੀ ਪੁਜਾਰੀ ਹੋਣ, ਉਹ ਸਾਡੇ ਉੱਤੇ ਇਸ ਤਰ੍ਹਾਂ ਦੀ ਨਾ ਬਰਾਬਰੀ ਠੋਸ ਨਹੀਂ ਸਕਦੇ। ਸੋ ਉਹਨਾਂ ਨੇ ਗੁਰੂ ਦੇ ਸ਼ਬਦ ਦੇ ਉੱਤੇ ਵੋਟ ਰੱਖ ਕੇ ਤੇ ਜਾ ਕੇ ਪ੍ਰਸ਼ਾਦ ਲੈ ਕੇ ਗਏ। ਇੱਕ ਆਪਣੇ ਹੁੰਦੇ ਸੀਗੇ ਇੱਥੇ ਰਾਹੀ ਸਾਹਿਬ, ਮੈਨੂੰ ਮਿਲਦੇ ਰਹੇ, 102-3 ਸਾਲ ਦੇ ਹੋ ਕੇ ਉਹਨਾਂ ਨੂੰ ਉਹ ਸੰਸਾਰ ਤੋਂ ਗਏ ਨੇ। ਉਹਨਾਂ ਦੇ ਪਿਤਾ ਜੀ ਸਨ ਸਰਦਾਰ ਪਾਲਾ ਸਿੰਘ। ਉਹ ਪਾਲਾ ਸਿੰਘ ਦੇ ਸਿਰ ਦੇ ਉੱਤੇ ਇਹਨਾਂ ਨੇ ਦੇਗ ਰੱਖੀ ਤੇ ਇਹ ਦੇਗ ਲੈ ਕੇ ਚਲੇ ਗਏ। ਉਹਨਾਂ ਨੇ ਮਹੰਤਾਂ ਨੇ ਸੁਨੇਹਾ ਭੇਜਿਆ ਕਿ ਤੁਸੀਂ ਇਸ ਦਰਵਾਜ਼ੇ ਵਿੱਚ ਦੀ ਨਹੀਂ ਆਉਣਾ, ਇਸ ਦਰਵਾਜ਼ੇ ਵਿੱਚ ਨਹੀਂ ਆਉਣਾ। ਉਹ ਕਹਿੰਦੇ ਅਸੀਂ ਜਿੱਥੋਂ ਦੀ ਮਰਜ਼ੀ ਆਵਾਂਗੇ, ਸਾਡੇ ਗੁਰੂ ਦਾ ਘਰ ਹੈ। ਤਾਂ ਇਹਦੇ ਵਿੱਚ ਜਿਹੜੇ ਬਹੁਤ ਸਾਰੇ ਮਜ਼੍ਹਬੀ ਸਿੱਖ ਸਨ, ਮਜ਼੍ਹਬੀਆਂ ਤੋਂ ਸਿੱਖ ਬਣੇ ਸਨ, ਧਰਮਦਾਸੀਆਂ ਤੋਂ, ਮੁਸਲਮਾਨਾਂ ਤੋਂ, ਇਹ ਲੋਕ ਕਾਫੀ ਸਾਰੇ ਸਨ ਇਹਨਾਂ ਦੇ ਨਾਲ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ। ਤੇ ਉਹ ਸਾਰੇ ਦੇ ਸਾਰੇ ਆਪਣਾ ਆਰਾਮ ਨਾਲ ਆਏ ਔਰ ਉਹਨਾਂ ਨੇ ਆ ਕੇ ਦਰਬਾਰ ਸਾਹਿਬ ਦੇ ਵਿੱਚ ਆਪਣੀ ਦੇਗ ਆਫਰ ਕੀਤੀ। ਮਹੰਤਾਂ ਨੇ ਐਕਸੈਪਟ ਕਰਨ ਤੋਂ, ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਅਖੀਰ ਦੇ ਉੱਤੇ ਫੈਸਲਾ ਹੋਇਆ ਕਿ ਭਾਈ ਗੁਰੂ ਦਾ ਸ਼ਬਦ ਲਿਆ ਜਾਵੇ, ਆਵਾਜ਼ਾਂ ਲਿਆ ਜਾਵੇ ਜਾਂ ਵਾਕ ਲਿਆ ਜਾਵੇ, ਜਿਸ ਨੂੰ ਅੱਜ ਕੱਲ੍ਹ ਆਪਾਂ ਹੁਕਮਨਾਮਾ ਕਹਿੰਦੇ ਹਾਂ। ਹੁਕਮਨਾਮਾ ਲਿਆ ਜਾਵੇ। ਹੁਕਮਨਾਮਾ ਜਿਸ ਵੇਲੇ ਲਿਆ ਗਿਆ ਤਾਂ ਗੁਰੂ ਨੇ ਇੱਕ ਸਾਰੀ ਸੰਗਤ ਦੀ ਰੱਖੀ ਔਰ ਗੁਰੂ ਦਾ ਜਿਹੜਾ ਆਪਣਾ ਪੈਜ ਸੀ ਕਿ ਉਹਨਾਂ ਨੇ ਇੱਕ ਨਿਰਗੁਣਿਆਂ ਨੂੰ ਆਪਣੇ ਗਲ ਨਾਲ ਲਾਉਣਾ ਹੈ, ਤਾਂ ਉਹ ਸ਼ਬਦ ਆਇਆ ਜਿਸ ਦੇ ਵਿੱਚ ਗੁਰੂ ਨੇ ਫਰਮਾਇਆ ਕਿ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਸਫਲ ਹੈ। ਸੋ ਇਸ ਤਰ੍ਹਾਂ ਇਸ ਕਿਸਮ ਦਾ ਸ਼ਬਦ ਜਿਸ ਵੇਲੇ ਆਇਆ ਤਾਂ ਇਹ ਪੁਜਾਰੀ ਸਾਰੇ ਇਹਨਾਂ ਦੇ ਹੌਸਲੇ ਪਸਤ ਹੋ ਗਏ ਔਰ ਇਹ ਉੱਥੋਂ ਦਰਬਾਰ ਸਾਹਿਬ ਉਹਨਾਂ ਨੇ ਕਿਹਾ ਵੀ ਸਿੰਘਾਂ ਨੇ ਫਿਰ ਵੀ ਹੁਣ ਤੁਸੀਂ ਅਰਦਾਸ ਕਰੋ। ਇਹ ਕਹਿੰਦੇ ਨਹੀਂ ਕਰਦੇ। ਤਾਂ ਸਿੰਘਾਂ ਨੇ ਫਿਰ ਇਹਨਾਂ ਦੇ ਨਾਲ ਕੁਝ ਪ੍ਰੋਫੈਸਰ ਖਾਲਸਾ ਕਾਲਜ ਦੇ, ਸਾਰੀਆਂ ਜਾਤਾਂ ਦੇ ਲੋਕ ਸਨ ਜੋ ਵੀ ਉਹ ਤਾਂ ਆਪਣੇ ਆਪ ਨੂੰ ਸਿੱਖ ਸਮਝਦੇ ਸਨ। ਜੇ ਆਪਾਂ ਇਹਨਾਂ ਨੂੰ ਜਾਤਾਂ ਦੇ ਹਿਸਾਬ ਤੇ ਸਮਝਣਾ ਹੋਵੇ ਤਾਂ ਹਰ ਕਿਸਮ ਦੇ ਲੋਕ ਉਹਨਾਂ ਦੇ ਨਾਲ ਸਨ, ਜੱਟ ਵੀ, ਗੈਰ ਜੱਟ ਵੀ, ਦੂਸਰੇ ਵੀ, ਤੇ ਇੱਕ ਅੰਮ੍ਰਿਤਧਾਰੀ, ਪੁਰਾਣੇ ਅੰਮ੍ਰਿਤਧਾਰੀ, ਨਵੇਂ ਅੰਮ੍ਰਿਤਧਾਰੀ,
ਤੇ ਦੂਸਰੇ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਸੰਬੰਧੀ ਇਤਿਹਾਸ ਗਏ ਸਨ, ਉਹ ਸਾਰੇ ਦੇ ਸਾਰੇ ਸਨ। ਤਾਂ ਸਾਰਿਆਂ ਨੇ ਹੁਕਮ ਕੀਤਾ ਕਿ ਬਾਬਾ ਹਰਕ੍ਰਿਸ਼ਨ ਸਿੰਘ ਨੂੰ ਕਿ ਤੁਸੀਂ ਅਰਦਾਸ ਕਰ ਦਿਓ। ਉਹਨਾਂ ਨੇ ਉੱਠ ਕੇ ਅਰਦਾਸ ਕਰਤੀ ਤੇ ਪੁਜਾਰੀ ਉਹ ਜਿਹੜਾ ਦਰਬਾਰ ਸਾਹਿਬ ਖਾਲੀ ਕਰਕੇ ਚਲੇ ਗਏ। ਇਸ ਤਰ੍ਹਾਂ ਹੀ ਇਹਨਾਂ ਦਾ ਕਬਜ਼ਾ ਹੋ ਗਿਆ ਜਾ ਕੇ ਅਕਾਲ ਤਖਤ ਦੇ ਉੱਤੇ। ਉੱਥੇ ਬਾਈ ਚਾਂਸ ਇਹ ਜਿਹੜੇ ਸਿੰਘ ਸਭਾ ਲਹਿਰ ਦੇ ਮੋਢੀ ਸਨ ਉਹ ਆਏ ਹੋਏ ਸਨ। ਉਹਨਾਂ ਨੇ ਇਹ ਪੁਜਾਰੀਆਂ ਨੂੰ ਕਿਹਾ ਕਿ ਭਾਈ ਇਹ ਤੁਹਾਡੇ ਗੁਰੂ ਦਾ ਸਾਡੇ ਗੁਰੂ ਦਾ ਘਰ ਹੈ, ਤੁਹਾਡੇ ਬਾਪ ਦੀ ਜਾਇਦਾਦ ਨਹੀਂ। ਅਸੀਂ ਸਾਰੇ ਲੋਕ ਗੁਰੂ ਦੇ ਸਿੱਖ ਹਾਂ ਤੇ ਅਸੀਂ ਆਪਣਾ ਪ੍ਰਬੰਧ ਕਰਨਾ ਚਾਹੁੰਦੇ ਹਾਂ। ਅਸੀਂ ਇੱਥੇ ਦੇਗ ਵਰਤਾਉਣਾ ਚਾਹੁੰਦੇ ਹਾਂ ਇਹਨਾਂ ਲੋਕਾਂ ਦੀ, ਔਰ ਇਹਨਾਂ ਲੋਕਾਂ ਨੂੰ ਬੇਰੋਕ ਇੱਥੇ ਆਉਣ ਜਾਣ ਵਾਸਤੇ ਅਸੀਂ ਇਹ ਪ੍ਰਬੰਧ ਕਰਨਾ ਹੈ। ਤਾਂ ਕਰਤਾਰ ਸਿੰਘ ਝੱਬਰ ਸੀ, ਤੇਜਾ ਸਿੰਘ ਚੂੜਕਾਣਾ ਸੀ, ਦੂਸਰੇ ਸੀਗੇ ਲੋਕ, ਇਹਨਾਂ ਦੇ ਵਿੱਚ ਸਾਰਿਆਂ ਨੇ ਰਲ ਕੇ ਉਹ ਪੁਜਾਰੀ ਫਿਰ ਉੱਥੋਂ ਵੀ ਛੱਡ ਕੇ ਚਲੇ ਗਏ। ਇਹਨਾਂ ਨੇ ਇੱਕ 25 ਮੈਂਬਰੀ ਕਮੇਟੀ ਬਣਾਈ, ਜਿਹਦੇ ਵਿੱਚ 17 ਮੈਂਬਰ ਤਾਂ ਉਹ ਸਨ ਜਿਨ੍ਹਾਂ ਨੂੰ ਇਹ ਕਹਿੰਦੇ ਸੀਗੇ ਕਿ ਇਹ ਸ਼ਡਿਊਲ ਕਾਸਟ ਹੋਣਗੇ। ਯਾਨੀ ਕਿ ਇਹ ਸਾਰੇ ਦਾ ਮਕਸਦ ਇਹ ਹੈ ਇੰਨੀ ਗੱਲ ਵਿਸਤਾਰ ਦੇ ਵਿੱਚ ਕਰਨ ਦਾ ਕਿ ਸਿੱਖ ਜਿਹੜੇ ਅੰਮ੍ਰਿਤਧਾਰੀ ਸਨ, ਜਿਹੜੇ ਗੁਰੂ ਦੇ ਸ਼ਬਦ ਦੇ ਉੱਤੇ ਯਕੀਨ ਰੱਖਦੇ ਸਨ, ਉਹ ਇੱਕ ਪਾਸੇ ਸਨ। ਮਹੰਤ ਤੇ ਉਹਨਾਂ ਦੀ ਪੁਸ਼ਟ ਪਨਾਹੀ ਕਰਨ ਵਾਲੇ ਜਿਹੜੇ ਸਨ ਬਸਤੀਵਾਦੀ ਅੰਗਰੇਜ਼, ਜਿਹੜੇ ਆਪਣੇ ਆਪ ਆਪਣੀ ਹਕੂਮਤ ਕਾਇਮ ਕਰਕੇ ਤੇ ਸਿੱਖਾਂ ਦੇ ਵਿੱਚ ਜਾਤ ਪਾਤ ਫੈਲਾਉਣਾ ਚਾਹੁੰਦੇ ਸਨ। ਜਿਹੜੇ ਹਿੰਦੂ ਸਨ ਉੱਥੋਂ ਦੇ ਜਿਹੜੇ ਉਹਨਾਂ ਦੀ ਮਹੰਤਾਂ ਦੀ ਪੁਸ਼ਟ ਪਨਾਹੀ ਕਰਦੇ ਸਨ, ਉਹਨਾਂ ਸਾਰਿਆਂ ਨੂੰ ਛੱਡ ਕੇ ਸਾਰੀ ਦੁਨੀਆ ਦੇ ਨੂੰ ਡਿਫਾਈ ਕਰਕੇ ਸਿੱਖਾਂ ਨੇ, ਕੁਝ ਮੁੱਠੀ ਭਰ ਸਿੱਖਾਂ ਨੇ ਗੁਰੂ ਦੇ ਆਸਰੇ ਜਾ ਕੇ ਉਹੀ ਪ੍ਰਥਾ ਸਥਾਪਿਤ ਕੀਤੀ ਜਿਹੜੀ ਗੁਰੂ ਦੇ ਸਮੇਂ ਸਥਾਪਿਤ ਹੋਈ ਸੀ। ਸੋ ਇਹ ਜਿਹੜਾ ਝਗੜਾ ਸੀ ਇਹ ਜੱਟਾਂ ਦਾ, ਨੌਨ ਜੱਟਾਂ ਦਾ, ਸ਼ੂਦਰਾਂ ਦਾ, ਅੰਮ੍ਰਿਤਧਾਰੀਆਂ ਦਾ ਇਸ ਤਰ੍ਹਾਂ ਨਹੀਂ ਸੀਗਾ। ਇਹ ਮਸਲਾ ਸੀਗਾ ਸਿੱਖੀ ਦਾ। ਸਿੱਖੀ ਨੂੰ ਮੰਨਣ ਵਾਲੇ ਲੋਕ ਕਹਿੰਦੇ ਸਨ ਕਿ ਜਾਤ ਪਾਤ ਨੂੰ ਅਸੀਂ ਨਹੀਂ ਮੰਨਦੇ, ਤੁਸੀਂ ਜਾਤ ਪਾਤ ਨੂੰ ਇਸ ਤੋਂ ਮਨਫੀ ਕਰੋ। ਔਰ ਉਹਨਾਂ ਨੇ ਗੁਰੂ ਦੇ ਸ਼ਬਦ ਦੇ ਜ਼ੋਰ ਦੇ ਕੇ, ਗੁਰੂ ਦੇ ਸ਼ਬਦ ਦੇ ਆਸਰੇ, ਗੁਰੂ ਦੇ ਸ਼ਬਦ ਦੇ ਤਾਣ ਦੇ ਉੱਤੇ ਉਸ ਚੀਜ਼ ਨੂੰ ਇਨਫੋਰਸ ਕੀਤਾ ਔਰ ਉੱਥੋਂ ਜਾਤ ਪਾਤ ਖਤਮ ਕਰਨ ਦਾ ਰਾਹ ਲੱਭਿਆ। ਫਿਰ ਇਹ ਇੱਕ ਗੁਰਦੁਆਰਾ ਮੂਵਮੈਂਟ ਬਣ ਗਈ। ਸਾਰੇ ਪੰਜਾਬ ਦੇ ਵਿੱਚ ਇਹ ਗੁਰਦੁਆਰੇ ਇਹਨਾਂ ਨੇ ਕਬਜ਼ੇ ਵਿੱਚ ਕਰ ਲਏ। ਹੁਣ ਉਸ ਤੋਂ ਬਾਅਦ ਆ ਗਿਆ, ਤੁਸੀਂ 1947 ਚ ਆ ਜਾਂਦੇ ਹੋ। 1947 ਦੇ ਵਿੱਚ ਫਿਰ ਹਾਕਮਾਂ ਦੀ ਲੋੜ ਹੋਈ ਕਿ ਜੀ ਇੱਥੇ ਕੁਛ ਥੋੜਾ ਬਹੁਤ ਜਾਤ ਪਾਤ ਦਾ ਕੰਮ ਚੱਲਦਾ ਰਹੇ ਤਾਂ ਇਹ ਲੋਕ ਇਹਨਾਂ ਲੋਕਾਂ ਨੂੰ ਕਾਬੂ ਕਰਨਾ ਸੌਖਾ ਰਹੇਗਾ। ਤਾਂ 1947 ਤੋਂ ਬਾਅਦ ਸਿੱਖਾਂ ਨੇ ਆਪਣਾ ਪੰਜਾਬੀ ਸੂਬਾ ਜਾਂ ਆਪਣੀ ਇੱਕ ਨਵੇਕਲੀ ਪਛਾਣ ਬਣਾਉਣੀ ਸ਼ੁਰੂ ਕੀਤੀ। ਤਾਂ ਇਹਨਾਂ ਨੇ ਉਸ ਦੇ ਮੁਕਾਬਲੇ ਦੇ ਵਿੱਚ ਇਹੋ ਹੀ ਜਾਤ ਪਾਤ ਨੂੰ ਸਿੱਖਾਂ ਦੇ ਵਿੱਚ ਫੇਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਔਰ ਐਤਕੀ ਵਾਰੀ ਇਹਨਾਂ ਨੇ ਕੀ ਕੀਤਾ, ਕਿਉਂਕਿ ਇਹ ਜ਼ਮਾਨਾ ਬਦਲ ਚੁੱਕਿਆ ਸੀ, ਇਹਨਾਂ ਨੇ ਇੱਕ ਆਦਮੀ ਨੂੰ ਜਿਹੜਾ ਕਿ ਆਪਣੇ ਆਪ ਨੂੰ ਇਤਿਹਾਸਕਾਰ ਕਹਿੰਦਾ ਸੀ, ਮੈਕਲਾਉਡ, ਡਾਕਟਰ ਹਿਊ ਮੈਕਲਾਉਡ, ਉਸ ਨੂੰ ਲਿਆਂਦਾ। ਔਰ ਉਹ ਆਦਮੀ ਸੀ ਜਿਸਨੇ ਇੱਥੇ ਆ ਕੇ 2-3 ਗੱਲਾਂ ਸਿੱਖੀ ਦੇ ਬਾਰੇ ਪ੍ਰਚਾਰੀਆਂ। ਇਹ ਪਹਿਲਾਂ ਇੱਕ ਕ੍ਰਿਸਚਨ ਮਿਸ਼ਨਰੀ ਸੀ, ਬਟਾਲੇ ਦੇ ਵਿੱਚ ਵੀ ਇਹ ਕਾਫੀ ਦੇਰ ਰਿਹਾ ਮਿਸ਼ਨ ਦੇ ਵਿੱਚ, ਉੱਥੇ ਪੜ੍ਹਾਈ ਵਗੈਰਾ ਕਰਦਾ ਰਿਹਾ ਤੇ ਸਿੱਖੀ ਨੂੰ ਸਮਝਦਾ ਰਿਹਾ। ਔਰ ਇਸ ਦੇ ਰਾਹੀਂ ਸਰਕਾਰ ਨੇ ਸਿੱਖੀ ਦੇ ਵਿੱਚ ਜਾਤ ਪਾਤ ਨੂੰ ਦੁਬਾਰੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੀਆਂ ਜਿਹੜੀਆਂ ਬੇਸਿਕ ਫਾਰਮੂਲੇਸ਼ਨ ਸਨ ਉਹ 2-3 ਸਨ। ਪਹਿਲੀ ਫਾਰਮੂਲੇਸ਼ਨ ਸੀ ਕਿ ਜੱਟ ਸਿੱਖ ਕਾਬਜ ਹੋ ਗਏ ਨੇ ਸਿੱਖੀ ਦੇ ਉੱਤੇ ਤੇ ਇਹਨਾਂ ਨੇ ਬਾਕੀ ਦਿਆਂ ਨੂੰ ਇਥੋਂ ਨੀਚ ਬਣਾ ਦਿੱਤਾ ਜਾਂ ਇਹਨਾਂ ਨੂੰ ਬਰਾਬਰ ਨਹੀਂ ਸਮਝਦੇ। ਇਸ ਦਾ ਕਾਰਨ ਇਹ ਸੀ ਕਿ 1966 ਦੇ ਵਿੱਚ ਪੰਜਾਬੀ ਸੂਬਾ ਬਣ ਚੁੱਕਿਆ ਸੀ ਔਰ ਪੰਜਾਬੀ ਸੂਬਾ ਬਣਨ ਤੋਂ ਬਾਅਦ ਜਿਹੜੇ ਲੋਕ ਸਨ ਤਕਰੀਬਨ ਇਸ ਟਾਈਮ ਦੇ ਉੱਤੇ ਇਹ ਮੈਕਲਾਉਡ ਆਇਆ ਸੀਗਾ। ਤਾਂ ਜਿਹੜੇ ਮਾਲਵੇ ਦੇ ਲੋਕ ਸਨ ਉਹ ਲੋਕ ਸਿਆਸਤ ਦੇ ਉੱਤੇ ਕਾਬਜ ਹੋ ਗਏ ਸੀ। ਇਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਇਹ ਜਿਹੜੀ ਚੀਜ਼ ਹੈ ਇਹ ਸਾਡੇ ਵਾਸਤੇ ਮੁਫੀਦ ਨਹੀਂ। ਇਸ ਤੋਂ ਪਹਿਲਾਂ ਜਿਹੜੇ ਦੂਸਰੇ ਲੋਕ ਸਨ ਉਹ ਮਾਸਟਰ ਤਾਰਾ ਸਿੰਘ ਦਾ ਕਬਜ਼ਾ ਸੀ ਜਾਂ ਮਾਸਟਰ ਤਾਰਾ ਸਿੰਘ ਨੂੰ ਲੋਕ ਆਪਣਾ ਆਗੂ ਚੁਣਦੇ ਸਨ। ਸੋ ਉਸ ਦੀ ਜਗ੍ਹਾ ਦੇ ਉੱਤੇ ਇਹਨਾਂ ਨੇ ਹੋਰ ਇੰਤਜ਼ਾਮ ਕਰਨਾ ਸ਼ੁਰੂ ਕੀਤਾ
ਔਰ ਉਸ ਦੀ ਮਦਦ ਦੇ ਵਾਸਤੇ ਇਹ ਲੋਕ ਇਹੋ ਜਿਹੇ ਆਏ ਮਕਲਾਉਡ ਵਰਗੇ। ਔਰ ਉਹਨਾਂ ਨੇ ਕਿਹਾ ਕਿ ਜੀ ਇੱਕ ਤਾਂ ਇਹ ਗੁਰੂ ਹਰਗੋਬਿੰਦ ਦੇ ਸਮੇਂ ਤੋਂ ਜੱਟਾਂ ਨੇ ਕਬਜ਼ਾ ਕਰ ਲਿਆ ਸਿੱਖੀ ਦੇ ਉੱਤੇ, ਤਾਂ ਇਸ ਦਾ ਜਵਾਬ ਸਰਦਾਰ ਜਗਜੀਤ ਸਿੰਘ ਨੇ ਆਪਣੀ ਸਿੱਖ ਰੈਵੋਲੂਸ਼ਨ ਦੇ ਵਿੱਚ ਦਿੱਤਾ। ਉਹਨਾਂ ਨੇ ਉਸ ਜ਼ਮਾਨੇ ਦੇ ਭਾਈ ਗੁਰਦਾਸ ਦੀ 11ਵੀਂ ਵਾਰ ਤੋਂ ਲੈ ਕੇ, ਜਿਹਦੇ ਵਿੱਚ ਸਿੱਖਾਂ ਦੇ ਨਾਂ ਹਨਗੇ ਸਾਰੇ, ਤੇ 6ਵੇਂ ਪਾਤਸ਼ਾਹ ਤੱਕ 10ਵੇਂ ਪਾਤਸ਼ਾਹ ਤੱਕ ਉਹਨਾਂ ਨੇ ਦੱਸਿਆ ਕਿ ਸਾਰੇ ਜਿੰਨੇ ਇਤਿਹਾਸ ਦੇ ਵਿੱਚ ਨਾਂ ਆਉਂਦੇ ਨੇ ਉਹ ਸਾਰੇ ਜੱਟਾਂ ਦੇ ਨਾਂ ਨਹੀਂ ਹਨ। ਉਹਦੇ ਵਿੱਚ ਕੋਈ ਕੋਈ ਜੱਟ ਹੈ, ਲੇਕਿਨ ਜ਼ਿਆਦਾਤਰ ਖੱਤਰੀਆਂ ਦੇ ਔਰ ਉਹਨਾਂ ਲੋਕਾਂ ਦੇ ਹਨ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਕਿਹਾ ਜਾਂਦਾ ਹੈ। ਇਹ ਜਿਹੜਾ ਮਿਸਲਾਂ ਦਾ ਸਮਾਂ ਸੀ, ਇਸ ਦੇ ਵਿੱਚ ਵੀ ਮਿਸਲਾਂ ਵਾਲਿਆਂ ਨੇ ਇਹ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਸਿੱਖ ਧਰਮ ਦਾ ਫੈਲਾਅ ਕੀਤਾ ਜਾਵੇ, ਔਰ ਜਿਹੜੇ ਸਖੀ ਸਰਵਰ ਨੂੰ ਮੰਨਦੇ ਸਨ ਬਹੁਤੇ ਲੋਕ, ਜਿਹੜੇ ਹਿੰਦੂ ਧਰਮ ਨੂੰ ਛੱਡ ਚੁੱਕੇ ਸਨ, ਇਸਲਾਮ ਵੱਲ ਹੌਲੇ ਹੌਲੇ ਜਾ ਰਹੇ ਸਨ, ਜਿਨ੍ਹਾਂ ਨੂੰ ਇਹ ਆਪਣੇ ਪੰਥ ਪ੍ਰਕਾਸ਼ ਵਾਲੇ ਰਤਨ ਸਿੰਘ ਭੰਗੂ ਅਧ ਮੁਸਲਮੇ ਕਹਿੰਦੇ ਨੇ, ਉਹ ਹਲਾਲ ਖਾ ਲੈਂਦੇ ਸੀ ਔਰ ਹੌਲੀ ਹੌਲੀ ਮੁਸਲਮਾਨ ਰਸਮਾਂ ਪ੍ਰਵਾਨ ਕਰਕੇ ਮੁਸਲਮਾਨ ਬਣਨ ਦੇ ਰਾਹ ਦੇ ਉੱਤੇ ਚੱਲੇ ਹੋਏ ਸਨ। ਉਹਨਾਂ ਲੋਕਾਂ ਨੂੰ ਮੋੜਾ ਪਾ ਕੇ, ਉਹਨਾਂ ਦੇ ਵਿੱਚ ਬੜੇ ਬੜੇ ਪ੍ਰੀਚਰ ਸਨ ਜਿਵੇਂ ਭਾਈ ਮੰਝ ਸੀ, ਉਹਨਾਂ ਦੇ ਵਿੱਚ ਬੜੇ ਬੜੇ ਜਰਨੈਲ ਸਨ ਜਿਵੇਂ ਆਪਣਾ ਸ਼ਾਮ ਸਿੰਘ ਨਾਰਲੀਵਾਲ ਸੀਗਾ, ਇਸ ਤਰ੍ਹਾਂ ਦੇ ਕਈ ਸਾਰੇ ਲੋਕ, ਇਹ ਸਾਰੇ ਦੇ ਸਾਰੇ ਸਿੱਖਾਂ ਨੇ ਕਨਵਿੰਸ ਕੀਤਾ ਉਹਨਾਂ ਨੂੰ ਕਿ ਤੁਹਾਡਾ ਜਿਹੜਾ ਸਥਾਨ ਹੈ ਉਹ ਅਸਲ ਦੇ ਵਿੱਚ ਸਿੱਖਾਂ ਦੇ ਵਿੱਚ ਹੈ, ਨਾ ਕਿ ਇਸਲਾਮ ਦੇ ਵਿੱਚ, ਉੱਥੇ ਵੀ ਤੁਹਾਨੂੰ ਬਰਾਬਰੀ ਨਹੀਂ ਮਿਲਣੀ। ਤਾਂ ਸਖੀ ਸਰਵਰ ਦੇ ਸਾਰੇ ਚੇਲੇ ਇਹ ਸਾਰੇ ਦੇ ਸਾਰੇ ਸਿੱਖ ਧਰਮ ਦੇ ਵਿੱਚ ਆ ਗਏ। ਜਿਹੜਾ ਇਹ ਬਾਰ-ਬਾਰ ਸਾਨੂੰ ਇਹ ਮਿਹਣਾ ਦਿੰਦੇ ਨੇ ਕਿ ਜੀ ਹਿੰਦੂਆਂ ਤੋਂ ਹੀ ਸਿੱਖ ਬਣੇ ਨੇ, ਇਹ ਬਿਲਕੁਲ ਗਲਤ ਮਿਹਣਾ ਹੈ। ਇਹ ਜੇ ਇਸ ਨੂੰ ਸਟੱਡੀ ਕੀਤਾ ਜਾਵੇ ਧਿਆਨ ਨਾਲ, ਤਾਂ ਸਾਰੇ ਦੇ ਸਾਰੇ ਇਹ ਜਿਹੜੇ ਲੋਕ ਸਨ ਪਹਿਲੇ, ਇਹ ਸਾਰੇ ਇਹਨਾਂ ਦੇ ਵਿੱਚੋਂ ਕੁਝ ਹਿੰਦੂਆਂ ਦੇ ਵਿੱਚੋਂ ਵੀ ਜ਼ਰੂਰ ਬਣੇ ਹੋਣਗੇ, ਲੇਕਿਨ ਇਹ ਸਖੀ ਸਰਵਰ ਦੇ ਚੇਲੇ ਬਣ ਚੁੱਕੇ ਸਨ ਔਰ ਇਸਲਾਮ ਵੱਲ ਅਗਰਸਰ ਸਨ। ਇਸੇ ਚੀਜ਼ ਨੂੰ ਉਸਨੇ ਇੱਕ ਤੁਜ਼ਕੇ ਜਹਾਂਗੀਰੀ ਦੇ ਵਿੱਚ ਨੋਟ ਕੀਤਾ ਹੈ। ਉਹ ਕਹਿੰਦਾ ਕਿ ਜਿਹੜੇ ਇਸਲਾਮ ਨੂੰ ਗ੍ਰਹਿਣ ਕਰ ਰਹੇ ਆ ਉਹਨਾਂ ਨੂੰ ਵੀ ਇਹ ਗੁਰੂ ਗੁੰਮਰਾਹ ਕਰ ਰਿਹਾ। ਸੋ ਇਹ ਜਿਹੜੇ ਸੀਗੇ, ਇਹਨਾਂ ਲੋਕਾਂ ਨੂੰ ਸਿੱਖ ਧਰਮ ਦੇ ਵਿੱਚ ਲਿਆਂਦਾ ਔਰ ਸਿੱਖ ਧਰਮ ਦੀ ਇੱਕ ਵੱਖਰੀ ਪਛਾਣ ਸਥਾਪਿਤ ਕੀਤੀ। ਇਹ ਸਰਦਾਰ ਜਗਜੀਤ ਸਿੰਘ ਨੇ ਆਪਣੀ ਸਿੱਖ ਰੈਵੋਲੂਸ਼ਨ ਕਿਤਾਬ ਦੇ ਵਿੱਚ ਦੱਸਿਆ। ਫਿਰ ਦੂਸਰੀ ਕਿਤਾਬ ਉਹਨਾਂ ਨੇ ਇੱਕ ਬਹੁਤ ਛੋਟੀ ਜਿਹੀ ਲਿਖੀ, ਇਹ ਸਿੱਖ ਰੈਵੋਲੂਸ਼ਨ ਜਾਂ ਸਿੱਖ ਇਨਕਲਾਬ। ਆਹ ਕਿਤਾਬ ਹੈ ਇਹਨਾਂ ਦੀ, ਜਿਹੜੀ ਕਿ ਹਰ ਇੱਕ ਆਦਮੀ ਨੂੰ ਪੜ੍ਹਨੀ ਚਾਹੀਦੀ ਹੈ ਕਿ ਪਤਾ ਲੱਗੇ ਬਈ ਸਿੱਖੀ ਕੀ ਸੀ ਤੇ ਸਿੱਖ ਕਿਸ ਤਰ੍ਹਾਂ ਦਾ ਇਨਕਲਾਬ, ਸਿੱਖੀ ਦਾ ਇਨਕਲਾਬ ਕਿਸ ਤਰ੍ਹਾਂ ਦਾ ਸੀ। ਫਿਰ ਉਹਨਾਂ ਨੇ ਇੱਕ ਛੋਟੀ ਜਿਹੀ ਕਿਤਾਬ ਲਿਖੀ, ਕਿਤਾਬਚਾ ਲਿਖਿਆ ਜਿਹੜਾ ਕਿ ਮਹਿਜ 50-40 ਸਫ਼ਿਆਂ ਦਾ ਹੈ, ਜਾਤ ਪਾਤ ਤੇ ਸਿੱਖ। ਇਸ ਦੇ ਵਿੱਚ ਇਹਨਾਂ ਨੇ ਡਿਫਾਈਨ ਕੀਤਾ ਕਿ ਜਾਤ ਪਾਤ ਸਿਸਟਮ ਕੀ ਹੈ ਔਰ ਸਿੱਖੀ ਦੇ ਵਿੱਚ ਕਿਉਂ ਇਹ ਨਹੀਂ ਹੈਗਾ। ਕਿੰਨਾਂ ਗੱਲਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਸਿੱਖੀ ਦੇ ਵਿੱਚ ਹੈ ਨਹੀਂ। ਉਹਨਾਂ ਨੇ ਦੱਸਿਆ ਇਸ ਦੇ ਵਿੱਚ ਸਾਰੇ ਜਿੰਨੇ ਵੀ ਹਿਸਟੋਰੀਅਨ, ਐਂਥਰੋਪੋਲੋਜਿਸਟ ਔਰ ਇਸ ਵਿਚਾਰਵਾਨ ਹੋਏ ਨੇ, ਉਹਨਾਂ ਸਾਰਿਆਂ ਦੇ ਵਿਚਾਰਾਂ ਨੂੰ ਪੁਣ ਛਾਣ ਕੇ ਉਹਨਾਂ ਨੇ ਦੱਸਿਆ ਕਿ ਜਿਹੜਾ ਜਾਤ ਪਾਤ ਦਾ ਸਿਸਟਮ ਹੈ ਇਹ ਸਿਰਫ ਤੇ ਸਿਰਫ ਹਿੰਦੂਆਂ ਦੇ ਵਿੱਚ ਹੈ, ਕਿਸੇ ਦੇ ਵਿੱਚ ਹੋਰ ਦੂਸਰੇ ਦੇ ਵਿੱਚ ਨਹੀਂ। ਸੋ ਇਹਨਾਂ ਨੇ ਇਹ ਮੈਕਲਾਉਡ ਦੇ 2 ਜਵਾਬ ਦਿੱਤੇ ਜਿਹੜੇ ਕਿ ਇਹ ਸੀਗੇ। ਫਿਰ ਮੈਕਲਾਉਡ ਦਾ ਇੱਕ ਫਾਰਮੂਲੇਸ਼ਨ ਇਹ ਸੀ ਕਿ ਜੀ ਇਹ ਜਿਹੜੇ ਸਾਰੇ ਸਿੱਖ ਆਣਗੇ, ਇਹ ਇੱਕ ਦੱਖਣ ਦੇ ਵਿੱਚ ਲਹਿਰ ਚੱਲੀ ਸੀ ਭਗਤੀ ਦੀ, ਔਰ ਭਗਤੀ ਲਹਿਰ ਦਾ ਹਿੱਸਾ ਆਣਗੇ। ਇਸ ਨੂੰ ਇਸ ਭਰਮ ਨੂੰ ਦੂਰ ਕਰਨ ਵਾਸਤੇ, ਕਿਉਂਕਿ ਇਹਦੇ ਨਾਲ ਵੀ ਸਿੱਖ ਹਿੰਦੂ ਮਤ ਦਾ ਇੱਕ ਅੰਗ ਸਾਬਤ ਹੁੰਦੇ ਸਨ, ਕਿਉਂਕਿ ਉਹ ਜਿਹੜੀ ਭਗਤੀ ਲਹਿਰ ਸੀ ਉਹ ਹਿੰਦੂ ਭਗਤੀ ਲਹਿਰ ਸੀ, ਵਿਸ਼ਨੂੰ ਭਗਤੀ ਲਹਿਰ ਸੀ ਔਰ ਵਿਸ਼ਨੂੰ ਦੇ ਅਵਤਾਰਾਂ ਦੀ ਪੂਜਾ ਦੀ ਲਹਿਰ ਸੀ। ਔਰ ਉਹ ਲਹਿਰ ਨਹੀਂ ਸੀ ਕਿਉਂਕਿ ਉਹ ਕਈ ਸਦੀਆਂ ਬਾਅਦ ਕੋਈ ਦੂਸਰਾ ਪੈਦਾ ਹੋਇਆ। ਇੱਕ ਪਹਿਲਾਂ ਭਗਤ ਰਾਮਾਨੁਜ ਹੋਏ, ਫਿਰ ਉਹਨਾਂ ਨੇ ਜੀ ਦਰਾਵੜ ਦੇ ਵਿੱਚ ਭਗਤੀ ਪੈਦਾ ਹੋਈ, ਰਾਮਾਨੁਜ ਉਸ ਨੂੰ ਦੱਖਣ ਦੇ ਵਿੱਚ ਲੈ ਕੇ ਆਏ, ਲੇਕਿਨ ਉਹ ਜਿਹੜਾ ਹੈਗਾ ਉੱਤਰ ਦੇ ਵਿੱਚ ਲੈ ਕੇ ਆਏ। ਇਹ ਜਿਹੜਾ ਦੱਖਣ ਦੇ ਵਿੱਚ ਸੀ ਭਗਤੀ, ਉਹ ਹੋਰ ਕਿਸਮ ਦੀ ਭਗਤੀ ਸੀ ਤੇ ਉਹਨਾਂ ਦੇ ਜਿਹੜੇ ਧਰਮ ਗ੍ਰੰਥ ਹਨਗੇ ਉਸ ਵੇਲੇ ਦੇ, ਉਹ ਤਕਰੀਬਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਈ ਉਹਨਾਂ ਦੇ ਸਾਂਝੇ ਸਰੋਕਾਰ ਹਨਗੇ। ਤਾਂ ਉਹਨਾਂ ਨੇ ਦੱਸਿਆ, ਸਰਦਾਰ ਦਲਜੀਤ ਸਿੰਘ ਵੀ ਇੱਕ ਬਹੁਤ ਆਪਣੇ ਵੱਡੇ
ਥਿਓਲੋਜੀਨ ਹੋਏ ਨੇ, ਉਹਨਾਂ ਨੇ 2 ਕਿਤਾਬਾਂ 3 ਕਿਤਾਬਾਂ ਲਿਖੀਆਂ। ਉਹਨਾਂ ਨੇ ਇੱਕ ਕਿਤਾਬ ਤਾਂ ਇਹ ਲਿਖੀ, ਸਿੱਖਿਜ਼ਮ, ਇਟਸ ਕੰਪੈਰੇਟਿਵ ਸਟੱਡੀ ਆਫ ਥਿਓਲੋਜੀ ਐਂਡ ਮਿਸਟਿਸਿਜ਼ਮ। ਇਸ ਕਿਤਾਬ ਦੇ ਵਿੱਚ ਉਹਨਾਂ ਨੇ ਸਾਬਤ ਕੀਤਾ ਕਿ ਜਿਹੜੀ ਇਹ ਤੁਸੀਂ ਕਹਿੰਦੇ ਹੋ ਭਗਤੀ ਲਹਿਰ ਤੇ ਜੋਗੀ ਨਾਥਾਂ ਦੇ ਵਿੱਚੋਂ ਸਿੱਖਾਂ ਦੀ ਪੈਦਾਇਸ਼ ਹੋਈ, ਸਿੱਖੀ ਦੀ ਪੈਦਾਇਸ਼ ਹੋਈ। ਗੁਰੂ ਨਾਨਕ ਨੇ ਨਵਾਂ ਧਰਮ ਨਹੀਂ ਚਲਾਇਆ, ਉਹਨਾਂ ਨੇ ਇਹਨਾਂ ਦਾ ਹੀ ਮਿਲਗੋਬਾ ਕਰਕੇ ਪ੍ਰਚਲਿਤ ਕਰਤਾ, ਜਿਸ ਤਰ੍ਹਾਂ ਸਾਰੇ ਹਿੰਦੂ ਪ੍ਰਚਾਰਕ ਪ੍ਰਚਾਰ ਕਰ ਰਹੇ ਸਨ। ਔਰ ਜਿਸ ਦੇ ਉੱਤੇ ਮੋਹਰ ਲਾਉਣ ਵਾਸਤੇ ਇਹਨਾਂ ਨੇ ਉਹਨੂੰ ਬੁਲਾਇਆ ਸੀ ਮੈਕਲਾਉਡ ਨੂੰ, ਹਿਊ ਮੈਕਲਾਉਡ ਨੂੰ, ਉਸ ਦੀ ਸਾਰੀ ਆਰਗੂਮੈਂਟ ਇਹਦੇ ਵਿੱਚ ਉਹਨਾਂ ਨੇ ਰਫਾ ਦਫਾ ਕੀਤੀ ਔਰ ਉਹ ਮੁੜ ਕੇ ਉਸ ਨੂੰ ਰਿਵਾਈਵ ਨਹੀਂ ਕਰ ਸਕਿਆ। ਫਿਰ ਉਸ ਤੋਂ ਬਾਅਦ ਦੂਸਰੀ ਉਹਨਾਂ ਨੇ ਸਿੱਖ ਆਈਡੀਓਲੋਜੀ ਦੀ ਕਿਤਾਬ ਲਿਖੀ। ਇਸ ਕਿਤਾਬ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਸਿੱਖ ਆਈਡੀਓਲੋਜੀ ਕਿਸ ਤਰ੍ਹਾਂ ਵਿਲੱਖਣ ਹੈ। ਹੁਣ ਜਿਹੜੇ ਆਪਣੇ ਸਿੰਘ ਇਹ ਲੈ ਕੇ ਗਏ ਸੀ ਮਾਰਚ ਦਰਬਾਰ ਸਾਹਿਬ, ਉਹ ਕਹਿੰਦੇ ਨੇ ਕਿ ਸਰਦਾਰ ਦਲਜੀਤ ਸਿੰਘ ਤੇ ਜਗਜੀਤ ਸਿੰਘ ਦੀ ਬਣਾਈ ਹੋਈ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਵੀ ਸਾਡੇ ਨਾਲ ਸੀ। ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਤਾਂ ਨਾਲ ਸੀ ਇਹਨਾਂ ਦੇ, ਲੇਕਿਨ ਜਿਹੜੀ ਸਰਦਾਰ ਦਲਜੀਤ ਸਿੰਘ ਨੇ ਤੇ ਜਗਜੀਤ ਸਿੰਘ ਨੇ ਬਣਾਈ ਸੀ ਉਹ ਫਰਕ ਸੀ। ਉਹ ਸੀ ਸਿੱਖੀ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਔਰ ਉਹਨਾਂ ਨੂੰ ਦੱਸਣ ਵਾਸਤੇ ਲੋਕਾਂ ਨੂੰ ਕਿ ਅਸਲ ਦੇ ਵਿੱਚ ਸਿੱਖੀ ਕੀ ਹੈ। ਔਰ ਉਹਨਾਂ ਦੀਆਂ 4-5 ਪ੍ਰਮੁੱਖ ਕਿਤਾਬਾਂ ਹਨ, ਹੋਰ ਹਨਗੀਆਂ, ਇਨ ਦਾ ਕੈਰਾਵਨ ਆਫ ਰੈਵੋਲੂਸ਼ਨਸ, ਸਿੱਖੀ ਦਾ ਕੀ ਸਥਾਨ ਹੈ। ਸੋ ਇਹ ਜਿਹੜੇ ਲੋਕ ਨਾਲ ਗਏ ਉਹਨਾਂ ਦੇ, ਉਹ ਸਰਦਾਰ ਜਗਜੀਤ ਸਿੰਘ, ਦਲਜੀਤ ਸਿੰਘ ਔਰ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਸਰੋਕਾਰਾਂ ਨੂੰ ਛੱਡ ਚੁੱਕੇ ਲੋਕ ਹਨ। ਔਰ ਉਹ ਉਹਨਾਂ ਦੇ ਨਾਲ ਗਏ, ਉਹਨਾਂ ਨੂੰ ਸਮਝ ਨਹੀਂ ਆਈ ਕਿ ਸਿੱਖੀ ਕੀ ਹੈ, ਸਿੱਖ ਧਰਮ ਦੇ ਵਿੱਚ ਜਾਤ ਪਾਤ ਕਿਉਂ ਨਹੀਂ ਹੈ ਔਰ ਕਿਸ ਤਰ੍ਹਾਂ ਜਾਤ ਪਾਤ ਦੀ ਮਿਣਤੀ ਕਰੀਦੀ ਹੈ। ਜੇ ਸਿਰਫ ਉਹ ਸਰਦਾਰ ਮਲ ਸਿੰਘ ਦੀ ਜਿਹੜੀ ਨਵੀਂ ਕਿਤਾਬ ਆਈ ਹੈ, ਜਿਸ ਦੇ ਵਿੱਚ ਉਹਨਾਂ ਨੇ ਪਹਿਲੀ ਕਿਤਾਬ ਹੈ ਕਿ ਡਾਕਟਰ ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ, ਜੇ ਸਿਰਫ ਇਹੀ ਪੜ੍ਹੀ ਹੁੰਦੀ, ਕਿਉਂਕਿ ਸਰਦਾਰ ਕਪੂਰ ਸਿੰਘ ਦੇ ਸਮੇਂ ਦੇ ਉੱਤੇ ਇਹ ਜਿਹੜੀਆਂ ਕਿਤਾਬਾਂ ਸਨ ਅੰਬੇਡਕਰ ਦੀਆਂ ਛਪਣੀਆਂ ਸ਼ੁਰੂ ਹੋਈਆਂ ਸੀ ਤੇ ਪੂਰੀਆਂ ਛਪੀਆਂ ਨਹੀਂ ਸਨ। ਮਹਾਰਾਸ਼ਟਰ ਗਵਰਨਮੈਂਟ ਨੇ ਇਹ ਕਿਤਾਬਾਂ ਸਾਰੀਆਂ ਉਹਨਾਂ ਦੀਆਂ ਜਿੰਨੀਆਂ ਵੀ ਲਿਖਤਾਂ ਹਨ ਉਹਨਾਂ ਨੇ ਛਾਪੀਆਂ। 17ਵਾਂ ਵੋਲਿਊਮ ਉਸ ਵੇਲੇ ਛਪਿਆ ਨਹੀਂ ਸੀ। ਇਸ 17ਵੇਂ ਵੋਲਿਊਮ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਿਸ ਤਰ੍ਹਾਂ ਨਾਲ ਕਿਸ ਆਦਮੀ ਨੇ ਮਹਾਤਮਾ ਗਾਂਧੀ, ਜਿਹਨੂੰ ਮਹਾਤਮਾ ਕਹਿੰਦੇ ਨੇ, ਗਾਂਧੀ ਨੇ, ਇਸ ਨੇ ਇੱਕ ਜਿਹੜੇ ਹਿੰਦੂ ਮਹਾਸਭਾ ਵਾਲੇ ਸਨ, ਇਹਨਾਂ ਲੋਕਾਂ ਨੇ, ਬਿਰਲਾ ਨੇ, ਫਲਾਨੇ ਨੇ, MC ਰਾਜਾ ਨੇ, ਰਾਜਗੋਪਾਲਾਚਾਰੀਆ ਨੇ ਕਿਵੇਂ ਅੰਬੇਡਕਰ ਨੂੰ ਸਿੱਖ ਬਣਨ ਤੋਂ ਰੋਕਿਆ। ਔਰ ਇਹ ਭਰਮ ਫੈਲਾਇਆ ਗਿਆ ਇੱਥੇ ਕਿ ਜੀ ਸਿੱਖਾਂ ਨੇ ਹੀ ਅੰਬੇਡਕਰ ਨੂੰ ਸਿੱਖ ਬਣਨ ਤੋਂ ਰੋਕਿਆ। ਇਸ ਦੇ ਬਾਰੇ ਮੈਂ ਕੋਈ 20 ਸਾਲ ਪਹਿਲਾਂ, 30 ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ, ਜਿਸ ਦੇ ਵਿੱਚ ਸਾਰਾ ਸਾਰਾਂਸ਼ ਦਿੱਤਾ ਹੋਇਆ ਸੀ, ਜਿਸ ਦੀ ਐਲੈਬੋਰੇਸ਼ਨ ਇਹਨਾਂ ਨੇ ਆਪਣੇ, ਕਿਉਂਕਿ ਮੈਂ ਤਾਂ ਇਹ ਸਾਰੀ ਕਹਾਣੀ ਸੁਣ ਚੁੱਕਿਆ ਸੀ ਸਰਦਾਰ ਆਤਮਾ ਸਿੰਘ ਤੋਂ, ਜਿਹੜੇ ਉਸ ਵੇਲੇ ਉੱਥੇ ਜਾ ਕੇ ਖਾਲਸਾ ਕਾਲਜ ਬਣਾਇਆ ਸੀ ਜਿਨ੍ਹਾਂ ਨੇ ਬੰਬੇ ਦੇ ਵਿੱਚ, ਤੇ ਸਰਦਾਰ ਨਰਾਇਣ ਸਿੰਘ ਤੋਂ, ਜਿਨ੍ਹਾਂ ਦੇ ਕਾਲਜ ਦੇ ਵਿੱਚ ਮੈਂ ਕੁਝ ਦੇਰ ਪੜ੍ਹਾਇਆ ਸੀ। ਸੋ ਮੈਨੂੰ ਉਹ ਸਾਰੀ ਕਹਾਣੀ ਪਤਾ ਸੀ, ਮੈਂ ਉਸ ਤਰ੍ਹਾਂ ਹੀ ਲਿਖੀ ਸੀ। ਤੇ ਬਾਅਦ ਦੇ ਵਿੱਚ ਮਲ ਸਿੰਘ ਨੇ ਸਾਰਾ ਇਸ ਦਾ ਐਵੀਡੈਂਸ ਇਕੱਠਾ ਕਰਕੇ ਲਿਖਿਆ। ਅੰਬੇਡਕਰ ਬਾਰ-ਬਾਰ ਕਹਿੰਦਾ ਹੈ ਕਿ ਸਿੱਖ ਧਰਮ ਦੇ ਵਿੱਚ ਜਾਤ ਪਾਤ ਨਹੀਂ ਹੈ। ਐਨਾਈਲੇਸ਼ਨ ਆਫ ਕਾਸਟ ਉਸ ਦਾ ਇੱਕ ਬਹੁਤ ਵਧੀਆ ਲੈਕਚਰ ਹੈ ਜਿਹੜਾ ਕਿ ਦੇ ਨਹੀਂ ਸਕਿਆ ਇੱਥੇ ਆ ਕੇ, ਜਿਹੜਾ ਇਹਨਾਂ ਨੇ ਉਹਨਾਂ ਨੂੰ ਜਾਤ ਪਾਤ ਤੋੜਕ ਮੰਡਲ ਨੇ ਬੁਲਾਇਆ ਸੀ ਲੈਕਚਰ ਦੇਣ ਵਾਸਤੇ, ਦੇ ਨਹੀਂ ਸਕਿਆ। ਉਸ ਦੇ ਵਿੱਚ ਵੀ ਕਿ ਜਿਹੜੀ ਮਹਾਰ ਕਾਨਫਰੰਸ ਹੋਈ ਉਹਨਾਂ ਦੀ, ਇਸ ਜਿਹਦੀ ਬੜੀ ਇੰਪੋਰਟੈਂਸ ਹੈ ਕਿ ਹਜ਼ਾਰਾਂ ਲੱਖਾਂ ਲੋਕ ਇਕੱਠੇ ਹੋਏ ਅੰਬੇਡਕਰ ਨੂੰ ਸੁਣਨ ਵਾਸਤੇ, ਜਿੱਥੇ ਉਸਨੇ ਕਿਹਾ ਕਿ ਮੈਂ ਹਿੰਦੂ ਜੰਮਿਆ ਹਾਂ ਪਰ ਮੈਂ ਹਿੰਦੂ ਮਰਾਂਗਾ ਨਹੀਂ। ਤਾਂ ਉਸ ਵੇਲੇ ਜਿਹੜਾ ਆਇਆ ਅੰਬੇਡਕਰ, ਉਸ ਲੈਕਚਰ ਦੇ ਵਿੱਚ ਵੀ ਕਹਿੰਦੇ ਨੇ ਕਿ ਕਈ ਦੂਸਰੇ ਧਰਮਾਂ ਦੇ ਵਿੱਚ ਜਾਤ ਪਾਤ ਦਾ ਪਰਛਾਵਾਂ ਹੈ, ਇਹ ਪਰਛਾਵਾਂ ਇਹਨਾਂ ਦਾ ਨਹੀਂ, ਇਹ ਦੂਸਰੇ ਧਰਮਾਂ ਦੇ ਵਿੱਚੋਂ ਰੀਂਗ ਕੇ ਸੀਪ ਕਰਕੇ ਇਹ ਉਹਨਾਂ ਦੇ ਵਿੱਚੋਂ ਆਇਆ। ਔਰ ਇਹ ਕਿਉਂ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ, ਉਹਦਾ ਇੰਪਲੀਕੇਸ਼ਨ ਇਹ ਸੀ ਕਿਉਂਕਿ ਇਹਨਾਂ ਦੇ ਧਰਮ ਗ੍ਰੰਥ ਇਸ ਨੂੰ ਨਹੀਂ ਮੰਨਦੇ। ਸੋ ਜਾਤ ਪਾਤ ਨੂੰ ਜਿਹੜਾ ਜਾਤ ਪਾਤ ਹੁੰਦਾ ਹੈ ਉਸ ਨੂੰ ਧਰਮ ਗ੍ਰੰਥ ਦੇ ਅਨੁਸਾਰ ਲਾਗੂ ਕੀਤਾ ਜਾ ਸਕਦਾ ਹੈ, ਜਿਸ ਤਰ੍ਹਾਂ ਰਿਗਵੇਦ ਮਨੁਸਮ੍ਰਿਤੀ ਦੇ ਅਨੁਸਾਰ ਹਿੰਦੂ ਧਰਮ ਕਰ ਰਿਹਾ, ਉਸ ਨੂੰ ਧਰਮ ਦੀ ਓਟ ਲੈ ਕੇ ਖਤਮ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ 1920 ਦੇ ਵਿੱਚ
ਉਹਨਾਂ ਸਿੱਖਾਂ ਨੇ ਕੀਤਾ ਜਿਹੜੇ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਪਹੁੰਚੇ। ਸੋ ਇਹ ਜਿਹੜਾ ਜਾਤ ਪਾਤ ਦਾ ਸਿਸਟਮ, ਜਿਹੜਾ ਜਾਤ ਪਾਤ ਦਾ ਮਸਲਾ ਹੈ ਪੰਜਾਬ ਦਾ, ਇਹ ਪੰਜਾਬ ਦਾ ਮਸਲਾ ਨਹੀਂ ਹੈ, ਇਹ ਦੂਸਰੇ ਲੋਕਾਂ ਦਾ ਮਸਲਾ ਹੈ ਜਿਹੜਾ ਪੰਜਾਬ ਦੇ ਉੱਤੇ ਇਸ ਚੀਜ਼ ਨੂੰ ਠੋਸਣਾ ਚਾਹੁੰਦੇ ਨੇ। ਔਰ ਤੁਸੀਂ ਸਿਗਨੀਫੀਕੈਂਸ ਦੇਖੋ ਇਸ ਗੱਲ ਦਾ ਕਿ 12 ਤਰੀਕ ਨੂੰ ਇਹਨਾਂ ਲੋਕਾਂ ਨੇ ਮਾਰਚ ਕੀਤਾ ਹੈ ਤੇ ਉਸ ਤੋਂ 10 ਦਿਨਾਂ ਦੇ ਅੰਦਰ ਅੰਦਰ ਇਹ ਬੀਜੇਪੀ RSS ਵਾਲੇ ਇੱਕ ਮਾਰਚ ਕੱਢਦੇ ਨੇ ਪੰਜਾਬ ਦੇ ਵਿੱਚ ਕਿ ਅਸੀਂ ਦਲਿਤਾਂ ਦੇ ਅਧਿਕਾਰ ਸਥਾਪਿਤ ਕਰਨੇ, ਯੂਪੀ ਦੇ ਵਿੱਚ ਨਹੀਂ ਸਥਾਪਿਤ ਕਰਨੇ ਜਿੱਥੇ ਰੋਜ਼ ਦੀ ਰੋਜ਼ ਦਲਿਤਾਂ ਦੇ ਨਾਲ ਜੋ ਕੁਝ ਹੋ ਰਿਹਾ ਆਪਾਂ ਸਾਰੇ ਦੇਖ ਰਹੇ ਹਾਂ, ਤੇ ਇੱਥੇ ਆ ਕੇ ਪੰਜਾਬ ਦੇ ਵਿੱਚ ਸਥਾਪਿਤ ਕਰਨੇ ਨੇ। ਤਾਂ ਇਹ ਇਹੋ ਜਿਹੇ ਅਨਸਰ ਨੂੰ ਇਹ ਸ਼ਹਿ ਦਿੱਤੀ ਗਈ ਸੀਗੀ ਕਿ ਉਹ ਸਿੱਖਾਂ ਦੇ ਵਿੱਚ ਜਾਤ ਪਾਤ ਅਸੀਂ ਵੀ ਮੰਨਦੇ ਹਾਂ। ਇਹ ਜਿਹੜੇ ਗਏ ਨੇ ਉੱਥੇ ਮਾਰਚ ਕਰਨ ਵਾਸਤੇ, ਉਹ ਲੋਕ ਇਹ ਕਹਿਣਾ ਚਾਹੁੰਦੇ ਸਨ ਕਿ ਜੀ ਅਸੀਂ ਵੀ ਜਾਤ ਪਾਤ ਮੰਨਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਹੈ, ਤੇ ਉਸ ਦੇ ਉੱਤੇ ਉਹਨਾਂ ਨੇ RSS ਵਾਲਿਆਂ ਨੇ, BJP ਵਾਲਿਆਂ ਨੇ ਖਾਸ ਤੌਰ ਦੇ ਉੱਤੇ ਬਿਲਡ ਕੀਤਾ ਔਰ ਇਹ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ। ਸੋ ਇਹ ਮਸਲਾ ਹੈ ਜਾਂ ਤਾਂ ਅੰਗਰੇਜ਼ਾਂ ਦਾ, ਉਹਨਾਂ ਨੇ ਜਾਤ ਪਾਤ ਇੰਟਰੋਡਿਊਸ ਕਰਨੀ ਹੈ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ, ਜਾਂ ਇਹਨਾਂ ਦਾ ਜਿਨ੍ਹਾਂ ਨੇ ਨਵਾਂ ਅੰਪਾਇਰ ਬਣਾਇਆ ਇਹਨਾਂ ਨੇ ਜਾਤ ਪਾਤ ਇੰਟਰੋਡਿਊਸ ਕਰਨੀ ਹੈ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ। ਇਹ ਮਸਲਾ ਸਾਡਾ ਮਸਲਾ, ਅਸੀਂ ਜਾਣਦੇ ਹਾਂ ਕਿ ਸਾਡੇ ਵਿੱਚ ਕੋਈ ਜਾਤ ਪਾਤ ਨਹੀਂ, ਔਰ ਜਾਤ ਪਾਤ ਜਿਹੜੀ ਹੈ ਉਹ ਵਿਤਕਰੇ ਸਮਾਜ ਦੇ ਵਿੱਚ ਆਦਿ ਕਾਲ ਤੋਂ ਚਲੇ ਆ ਰਹੇ ਨੇ ਔਰ ਹਰ ਸਮਾਜ ਦੇ ਵਿੱਚ ਹਨ। ਕਾਲਿਆਂ ਦੇ ਨਾਲ ਨਫ਼ਰਤ ਥੋੜੀ ਬਹੁਤ ਹੁਣ ਘਟ ਗਈ ਹੈ, ਲੇਕਿਨ ਪਹਿਲਾਂ ਬੜੀ ਨਫ਼ਰਤ ਹੁੰਦੀ ਸੀ ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ ਖਾਸ ਤੌਰ ਤੇ। ਇੰਗਲੈਂਡ ਦੇ ਵਿੱਚ ਜਿਊਜ਼ ਦੇ ਬਰਖਲਾਫ ਨਫ਼ਰਤ ਹੁੰਦੀ ਸੀ। ਜਿਸ ਵੇਲੇ ਅਸੀਂ ਸ਼ੇਕਸਪੀਅਰ ਦੀ ਪਲੇਜ਼ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸ਼ਾਇਲੌਕ ਕਹਿੰਦਾ ਹੈ ਕਿ ਤੁਸੀਂ ਮੈਨੂੰ ਕਹਿੰਦੇ ਹੋ ਜਿਊ ਆ ਮੈਂ, ਮੇਰੇ ਨਾਲ ਨਫ਼ਰਤ ਕਰਦੇ ਹੋ, ਜੇ ਮੈਨੂੰ ਜਿਊ ਨੂੰ ਚੀਰਿਆ ਜਾਵੇ ਤਾਂ ਕੀ ਉਹਦੇ ਵਿੱਚੋਂ ਉਹੀ ਖੂਨ ਨਹੀਂ, ਲਾਲ ਖੂਨ ਨਹੀਂ ਨਿਕਲਦਾ? ਸਾਡੇ ਵਿੱਚ ਤੇ ਤੁਹਾਡੇ ਵਿੱਚ ਕੀ ਫਰਕ ਹੈ? ਯਾਨੀ ਕਿ ਇਹ ਨਫ਼ਰਤਾਂ ਜਿਹੜੀਆਂ ਹਨਗੀਆਂ ਜਾਂ ਵਿਤਕਰੇ ਹਨਗੇ, ਇਹ ਸਮਾਜ ਦੇ ਵਿੱਚ ਰਹੇ ਨੇ, ਹਰ ਸਮਾਜ ਦੇ ਵਿੱਚ ਰਹੇ ਨੇ, ਲੇਕਿਨ ਇਹਨਾਂ ਨੂੰ ਕਿਸੇ ਨੇ ਜਾਤ ਪਾਤ ਨਹੀਂ ਕਿਹਾ। ਨਾ ਹੀ ਸਿੱਖ ਸਮਾਜ ਦੇ ਵਿੱਚ ਇਸ ਨੂੰ ਜਾਤ ਪਾਤ ਕਿਹਾ ਜਾ ਸਕਦਾ ਹੈ, ਕਿਉਂਕਿ ਸਿੱਖੀ ਤਾਂ ਗੁਰੂ ਨਾਨਕ ਤੋਂ ਚੱਲਣੀ ਹੈ। ਔਰ ਗੁਰੂ ਨਾਨਕ ਦੇ ਜਿਹੜੇ ਹੁਕਮ ਹਨਗੇ 10ਵੇਂ ਪਾਤਸ਼ਾਹ ਤੱਕ, ਜਦੋਂ 10ਵੇਂ ਪਾਤਸ਼ਾਹ ਕਹਿੰਦੇ ਨੇ ਕਿ ਸਿੱਖ ਅੰਤਮ ਲਫ਼ਜ਼ਾਂ ਦੇ ਵਿੱਚ ਆਪਣੇ ਜਿਹੜੇ ਆਖਰੀ ਲਫ਼ਜ਼ ਉਹਨਾਂ ਨੇ ਬੋਲੇ ਨੇ ਸੰਸਾਰ ਦੇ ਉੱਤੇ ਕਿ ਸਿੱਖ ਪਰਚਾ ਸ਼ਬਦ ਦਾ ਲਾਵੇ, ਸ਼ਬਦ ਦਾ ਪਰਚਾ ਲਾ ਕੇ ਅਸੀਂ ਦੇਖਣਾ ਹੈ। ਅਸੀਂ ਸ਼ਬਦ ਦਾ ਪਰਚਾ ਲਾਉਂਦੇ ਹਾਂ, ਸਾਨੂੰ ਜਾਤ ਪਾਤ ਕਿਧਰੇ ਨਹੀਂ ਦਿਸਦੀ। ਇਹ ਲੋਕ ਕਿਉਂ ਇਸ ਚੀਜ਼ ਨੂੰ ਬਾਰ-ਬਾਰ ਇਹ ਕਹਿਣ ਉੱਤੇ ਬਜ਼ਿੱਦ ਹਨਗੇ ਕਿ ਜੀ ਇਹ ਸਿੱਖਾਂ ਦੇ ਵਿੱਚ ਵੀ ਜਾਤ ਪਾਤ ਹੈ ਤੇ ਅਸੀਂ ਇਸ ਨੂੰ ਖਤਮ ਕਰਾਂਗੇ? ਇਹ ਨਹੀਂ ਖਤਮ ਕਰ ਸਕਦੇ ਜੇ ਹੋਵੇ ਤਾਂ, ਕਿਉਂਕਿ ਹੈ ਨਹੀਂ, ਔਰ ਕਿਉਂਕਿ ਗੁਰੂ ਨੇ ਇਸ ਦੇ ਬਾਰੇ ਆਪਣੇ ਸਪਸ਼ਟ ਅਹਿਕਾਮ ਦਿੱਤੇ ਨੇ ਔਰ ਉਹਨਾਂ ਨੇ ਕਿਹਾ ਕਿ ਜਾਤ ਦਾ ਗਰਭ ਮੂਰਖ ਲੋਕ ਕਰਦੇ ਨੇ ਔਰ ਇੱਕ ਅੱਗੇ ਜਾਤ ਨਹੀਂ ਹੈ, ਤਾਂ ਉੱਥੇ ਸਾਡੀ ਇਹ ਕਹਾਣੀ ਸਾਰੀ ਖਤਮ ਹੋ ਜਾਂਦੀ ਹੈ। ਜਿਹੜੀ ਸਮਾਜ ਦੇ ਵਿੱਚ ਕੋਈ ਮਾੜੀ ਮੋਟੀ ਬੁਰਾਈ ਆਈ ਹੈ ਉਸ ਨੂੰ ਕਿਸ ਤਰ੍ਹਾਂ ਨਾਲ ਦੂਰ ਕਰਨਾ ਹੈ, ਉਹ ਤਰੀਕੇ ਹੋਰ ਅਪਣਾਉਣੇ ਨੇ, ਹਮਦਰਦੀ ਦੇ ਤਰੀਕੇ ਅਪਣਾਉਣੇ ਨੇ, ਔਰ ਲੋਕਾਂ ਨੂੰ ਹੀਣ ਭਾਵ ਦੇ ਹੇਠ ਨਹੀਂ ਦੱਬਣਾ ਕਿ ਤੁਸੀਂ ਵੀ ਜੀ ਲੋਕਾਂ ਵਾਂਗੂ, ਬਾਕੀ ਦੇ ਵਾਂਗੂ ਤੁਸੀਂ ਵੀ ਜਾਤ ਪਾਤ ਮੰਨਦੇ ਹੋ। ਹੁਣ ਇਹ ਫਰਕ ਕੀ ਹੈ ਸਿੱਖੀ ਦਾ ਤੇ ਹਿੰਦੂ ਧਰਮ ਦਾ, ਜਾਂ ਜਿਨ੍ਹਾਂ ਦੇ ਵਿੱਚ ਜਾਤ ਪਾਤ ਹੈ ਉਹਨਾਂ ਦਾ ਫਰਕ ਕੀ ਹੈ? ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਹਿੰਦੂ ਲੋਕ ਹਨਗੇ ਉਹਨਾਂ ਨੇ ਆਪਣੇ ਜਿਹੜੇ ਬਣਾਏ ਸ਼ਾਸਤਰ ਇਤਿਹਾਦ ਉਹ ਮਨੁੱਖੀ ਸੁਭਾਅ ਦੇ ਅਨੁਸਾਰ ਬਣਾਏ। ਗੁਰੂ ਨਾਨਕ ਸਾਹਿਬ ਨੇ ਜਿਹੜਾ ਕੀਤਾ ਕੰਮ, ਗੁਰੂ ਨਾਨਕ ਸਾਹਿਬ ਨੇ ਜਿਹੜਾ ਪ੍ਰਮਾਤਮਾ ਦਾ ਸੁਭਾਅ ਸੀ ਉਸ ਦੇ ਅਨੁਸਾਰ ਮਨੁੱਖੀ ਸੁਭਾਅ ਨੂੰ ਢਾਲਣ ਦੀ ਕੋਸ਼ਿਸ਼ ਕੀਤੀ। ਜੋ ਪ੍ਰਮਾਤਮਾ ਦੇ ਗੁਣ ਸਨ, ਜੋ ਪ੍ਰਮਾਤਮਾ ਦਾ ਨੂੰ ਜਿਸ ਤਰ੍ਹਾਂ ਅਸੀਂ ਪ੍ਰਮਾਤਮਾ ਨੂੰ ਜਾਣਦੇ ਹਾਂ, ਉਹਨਾਂ ਅਲਾਮਤਾਂ ਨੂੰ ਲੈ ਕੇ, ਉਹਨਾਂ ਗੁਣਾਂ ਨੂੰ ਲੈ ਕੇ, ਉਹਨਾਂ ਦੇ ਜਿਹੜੇ ਪ੍ਰਮਾਤਮਾ ਜਿਸ ਤਰ੍ਹਾਂ ਦਾ ਸਮਝਿਆ ਜਾਂਦਾ ਹੈ ਉਹਨਾਂ ਗੁਣਾਂ ਨੂੰ ਲੈ ਕੇ ਉਹਨਾਂ ਨੇ ਸਿੱਖ ਧਰਮ ਬਣਾਇਆ। ਉਹ 5 ਹਨ ਸਿਰਫ, ਜੇ ਅਸੀਂ ਸੌਖਾ ਸਮਝਣਾ ਹੋਵੇ ਤਾਂ ਸਿਰਫ 5 ਗੁਣ ਹਨ। ਹਿੰਦੂ ਬਣਾਉਂਦੇ ਨੇ ਮਨੁੱਖੀ ਧਰਮ ਨੂੰ, ਮਨੁੱਖਾਂ ਦੀ ਆਸ਼ਾ ਨੂੰ ਲੈ ਕੇ, ਮਨੁੱਖਾਂ ਦੇ ਮਸਲਿਆਂ ਨੂੰ ਲੈ ਕੇ ਉਸ ਦੇ ਅਨੁਸਾਰ ਪਰਮਾਤਮਾ ਦੀ ਸੂਰਤ ਘੜਦੇ ਨੇ। ਗੁਰੂ ਸਾਹਿਬ ਨੇ ਪਰਮਾਤਮਾ ਦੀ ਸੂਰਤ ਦੇਖ ਕੇ, ਪਰਮਾਤਮਾ ਦੇ ਗੁਣ ਦੇਖ ਕੇ ਔਰ ਉਸ ਦੇ ਅਨੁਸਾਰ ਮਨੁੱਖੀ ਮਨ ਨੂੰ ਘੜਨ ਦੀ ਕੋਸ਼ਿਸ਼ ਕੀਤੀ। ਇਹ ਕੰਟਰਾਸਟ ਹੈ ਜਿਹੜਾ
ਇਸਨੇ ਆਪਣੇ ਦੋਸਤ ਮਿੱਤਰ ਸਮਝ ਨਹੀਂ ਸਕੇ ਤੇ ਦਰਬਾਰ ਸਾਹਿਬ ਜਾ ਕੇ ਉਹਨਾਂ ਨੇ ਕੁਝ ਥੋੜੀ ਬਹੁਤ ਹੁਲੜਬਾਜ਼ੀ ਵੀ ਕੀਤੀ। ਉਸ ਦੇ ਵਿੱਚ ਜਿਹੜਾ ਪ੍ਰਮੁੱਖ ਹੈ ਸਾਡਾ ਬੀਜ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਓਪਨਿੰਗ ਹੈ, ਜਿਹੜੇ ਲਫ਼ਜ਼ ਹਨਗੇ ਉਹ ਸਾਰਿਆਂ ਤੋਂ ਪ੍ਰਮੁੱਖ ਹਨਗੇ। ਉਸ ਦੇ ਵਿੱਚ ਸਾਰਾ ਬੀਜ ਰੂਪ ਦੇ ਵਿੱਚ ਦਿੱਤਾ ਹੋਇਆ। ਤਾਂ ਪਹਿਲਾ ਲਫ਼ਜ਼ ਗੁਰੂ ਸਾਹਿਬ ਦਾ ਏਕਾ ਹੈ ਕਿ ਪ੍ਰਮਾਤਮਾ ਇੱਕ ਹੈ। ਹੁਣ ਜੇ ਤਾਂ ਉਸ ਨੂੰ ਈੜੀ ਨੂੰ ਸਿਹਾਰੀ ਕੱਕਾ ਲਿਖਿਆ ਜਾਂਦਾ ਤਾਂ ਇਹਨਾਂ ਨੇ ਉਸ ਦੀਆਂ ਚੀਰ ਫਾੜ ਕਰਕੇ 50 ਮਤਲਬ ਕੱਢ ਲੈਣੇ ਸੀ। ਤਾਂ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਏਕਾ ਪਾਇਆ, ਇਨਸਾ ਪਾਇਆ, ਜਿਸ ਦੇ ਵਿੱਚ ਕੋਈ ਦੁਵਿਧਾ ਹੋ ਹੀ ਨਹੀਂ ਸਕਦੀ ਕਿ ਪ੍ਰਮਾਤਮਾ ਇੱਕ ਹੈ। ਇਸ ਦਾ ਮਤਲਬ ਹੈ ਸ਼ੂਦਰ ਦਾ ਪ੍ਰਮਾਤਮਾ, ਜਿਹਨੂੰ ਸ਼ੂਦਰ ਕਹਿੰਦੇ ਨੇ, ਉਹਦਾ ਪ੍ਰਮਾਤਮਾ ਵੀ ਇੱਕ ਹੈ, ਦੂਸਰੇ ਦਾ ਵੀ ਇੱਕ ਹੈ, ਤੀਸਰੇ ਦਾ ਵੀ ਇੱਕ ਹੈ, ਹਿੰਦੂ ਦਾ ਵੀ ਇੱਕ ਹੈ, ਮੁਸਲਮਾਨ ਦਾ ਵੀ ਇੱਕ ਹੈ। ਅਸੀਂ ਸਿਰਫ ਇੱਕ ਪ੍ਰਮਾਤਮਾ ਨੂੰ ਮੰਨਦੇ। ਤਾਂ ਇਹਦੇ ਨਾਲ ਕੀ ਹੁੰਦਾ ਹੈ, ਫਿਰ ਉਹ ਕਹਿੰਦੇ ਨੇ ਗੁਰੂ ਸਾਹਿਬ ਕਿ ਜਿਹੜੇ ਮਨੁੱਖ ਹਨਗੇ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਗੁਰੂ ਕਹਿੰਦੇ ਨੇ ਕਿ ਪ੍ਰਮਾਤਮਾ ਜਿਹੜਾ ਹੈ ਸਭ ਦਾ ਸਾਂਝਾ ਹੈ ਔਰ ਸਭ ਦਾ ਮਾਂ-ਬਾਪ ਹੈ। ਹੁਣ ਦੱਸੋ, ਮਾਂ-ਬਾਪ ਕਦੇ ਬੱਚੇ ਨੂੰ ਸੋਚਦਾ ਵੀ ਇਸ ਨੂੰ ਕੋਈ ਮੈਂ ਸਜ਼ਾ ਦੇਵਾਂ ਜਾਂ ਇਸ ਨੂੰ ਗੁਲਾਮ ਰੱਖਾਂ, ਇੱਕ ਨੂੰ ਉੱਚਾ ਦੇਖਾਂ, ਇੱਕ ਨੂੰ ਨੀਵਾਂ ਦੇਖਾਂ? ਇਹ ਪ੍ਰਮਾਤਮਾ ਦਾ ਸੁਭਾਅ ਨਹੀਂ। ਇਹ ਪ੍ਰਮਾਤਮਾ ਦੇ ਸੁਭਾਅ ਦੇ ਵਿੱਚੋਂ ਮਨਫੀ ਹੈ। ਫਿਰ ਗੁਰੂ ਸਾਹਿਬ ਨੇ ਫਰਮਾਇਆ ਕਿ ਉਹ ਨਿਰਭਉ ਹੈ। ਤਾਂ ਇਸ ਦੇ ਵਿੱਚ ਇਹ ਆਦੇਸ਼ ਸੀ ਮਨੁੱਖਾਂ ਵਾਸਤੇ ਕਿ ਤੁਸੀਂ ਵੀ ਉਸ ਦੇ ਵਾਂਗੂ ਨਿਡਰ ਹੋ ਕੇ ਰਹੋ। ਨਾ ਉਹ ਡਰਦਾ ਹੈ ਤੇ ਨਾ ਤੁਸੀਂ ਡਰੋ। ਨਾ ਉਸ ਨੂੰ ਕਿਸੇ ਦੀ ਕਾਣ ਹੈ, ਨਾ ਤੁਸੀਂ ਕਿਸੇ ਦੀ ਕਾਣ ਰੱਖੋ। ਯਾਨੀ ਕਿ ਹਰ ਇੱਕ ਆਦਮੀ ਆਪਣੇ ਆਪ ਨੂੰ ਸੋਵਰਨ ਸਮਝੇ, ਹਰ ਇੱਕ ਦੇ ਬਰਾਬਰ ਸਮਝੇ, ਕਿਸੇ ਦੇ ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ। ਫਿਰ ਗੁਰੂ ਸਾਹਿਬ ਨੇ ਫਰਮਾਇਆ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਨਿਰਵੈਰ ਹੈ। ਨਿਰਵੈਰ ਪਰਮਾਤਮਾ ਕਦੇ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ। ਜਿਸ ਤਰ੍ਹਾਂ ਮਤੰਗਾ ਰਿਸ਼ੀ ਨੂੰ ਕਿਹਾ ਉਸਨੇ ਕਿ ਤੂੰ ਹਜ਼ਾਰਾਂ ਲੱਖਾਂ ਸਾਲ ਜੇ ਤਪੱਸਿਆ ਕਰੇ ਤਾਂ ਵੀ ਤੂੰ ਸ਼ੁੱਧ ਹੀ ਰਹਿਣਾ। ਇਸ ਤਰ੍ਹਾਂ ਦੀ ਸਜ਼ਾ ਪ੍ਰਮਾਤਮਾ ਆਪਦੇ ਬੱਚੇ ਨੂੰ, ਜਿਹੜਾ ਨਿਰਭਉ ਨਿਰਵੈਰ ਹੈ ਪ੍ਰਮਾਤਮਾ, ਜਿਹਦਾ ਕਿਸੇ ਨਾਲ ਦੁਸ਼ਮਣੀ ਨਹੀਂ, ਉਹ ਕਿਉਂ ਇਸ ਤਰ੍ਹਾਂ ਦੀ ਸਜ਼ਾ ਆਪਣੇ ਬੱਚੇ ਨੂੰ ਦੇਗਾ? ਸੋ ਇਹ ਜਿਹੜਾ ਸਿੱਖ ਧਰਮ ਦੇ ਜਿਹੜੇ ਹਨਗੇ ਅਸੂਲ, ਜੇ ਇਹਨਾਂ ਨੂੰ ਤੁਸੀਂ ਲਾਗੂ ਕਰਦੇ ਹੋ ਤੇ ਇਹਨਾਂ ਨੂੰ ਸਮਝਾਉਂਦੇ ਹੋ ਲੋਕਾਂ ਦੇ ਵਿੱਚ, ਤਾਂ ਇਹ ਸਾਰਾ ਜਿਹੜਾ ਤੁਹਾਡਾ ਜਾਤ ਪਾਤ ਦਾ ਮਸਲਾ ਹੈ ਇਹ ਸਾਰਾ ਚਾਈਮਾਈ ਹੋ ਜਾਂਦਾ ਹੈ। ਹੁਣ ਇਹ ਜਨਮ ਮਰਨ ਦਾ ਗੇੜ ਹੈ, ਇਸ ਦੇ ਵਿੱਚ ਜਾਤ ਪਾਤ ਦਾ ਕੋਈ ਲਾਲਚ, ਕੋਈ ਰੋਲ ਨਹੀਂ। ਇਹਨਾਂ ਨੇ ਸਵਰਗ ਦੇ ਨਰਕ ਦੇ ਡਰ ਦੇ ਕੇ, ਸਵਰਗ ਦੇ ਲਾਰੇ ਲਾ ਕੇ ਲੋਕਾਂ ਨੂੰ ਇਹ ਜਾਤ ਪਾਤ ਮੰਨਣ ਉੱਤੇ ਲਾਇਆ। ਗੁਰੂ ਸਾਹਿਬ ਨੇ ਫਰਮਾਇਆ ਕਿ ਕੋਈ ਨਰਕ ਨਹੀਂ ਹੈ, ਕੋਈ ਸਵਰਗ ਨਹੀਂ ਹੈ, ਇਹ ਮਨੋ ਅਵਸਥਾ ਹੈ ਸਾਰੀਆਂ। ਔਰ ਜੋ ਪ੍ਰਮਾਤਮਾ ਦੇ ਨਾਲ, ਪ੍ਰਮਾਤਮਾ ਦੇ ਗੁਣਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਦਾ ਹੈ, ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ। ਔਰ ਫਿਰ ਉਸ ਨੂੰ ਉਹ ਪ੍ਰਮਾਤਮਾ ਬਣ ਕੇ ਧਰਤੀ ਦੇ ਉੱਤੇ ਵਿਚਰਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ। ਉਸ ਨੂੰ ਮੁਕਤੀ ਦੀ ਹੋਰ ਕੋਈ ਲੋੜ ਨਹੀਂ ਰਹਿੰਦੀ। ਸੋ ਪੱਕਾ ਇੰਤਜ਼ਾਮ ਗੁਰੂ ਨੇ ਕੀਤਾ ਹੋਇਆ ਹੈ ਕਿ ਸਿੱਖਾਂ ਦੇ ਵਿੱਚ ਕਦੇ ਵੀ ਕੋਈ ਜਾਤ ਪਾਤ ਦੀ ਗੱਲ ਨਾ ਆ ਸਕੇ, ਨਾ ਫੈਲ ਸਕੇ। ਜਿੱਥੇ ਮਤੰਗਾ ਰਿਸ਼ੀ ਨੂੰ ਉਸਨੇ ਇਹ ਉਪਦੇਸ਼ ਦਿੱਤਾ ਕਿ ਭਾਈ ਤੂੰ ਨਹੀਂ ਬਣ ਸਕਦਾ, ਸ਼ੂਦਰ ਤੋਂ ਤੂੰ ਉੱਚਾ ਜਨਮ ਨਹੀਂ ਲੈ ਸਕਦਾ, ਉੱਥੇ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਕੋਟ ਕੁਟੰਤਰ ਪਾਪਾਂ ਕੇਰੇ ਏਕ ਘੜੀ ਮੈਂ ਖੋਵੇ। ਤੁਸੀਂ ਪ੍ਰਮਾਤਮਾ ਦਾ ਨਾਂ ਲਓ, ਤੁਸੀਂ ਉਹਦੀ ਸ਼ਰਨ ਦੇ ਵਿੱਚ ਜਾਓ, ਤੁਸੀਂ ਉਸ ਨੂੰ ਪਿਆਰ ਕਰੋ। ਜਿੱਥੇ ਨਫ਼ਰਤ ਸੀ ਕਿ ਜੀ ਉੱਚੀ ਜਾਤ ਵਾਲਾ ਨੀਵੀਂ ਜਾਤ ਨੂੰ ਨਫ਼ਰਤ ਕਰਦਾ ਹੈ, ਗੁਰੂ ਨੇ ਪਿਆਰ ਦਾ ਬੀਜ ਬੀਜਿਆ। ਉਹਨਾਂ ਨੇ ਕਿਹਾ ਇੱਕ ਦੂਸਰੇ ਨੂੰ ਪਿਆਰ ਕਰੋ, ਪ੍ਰਮਾਤਮਾ ਨੂੰ ਪਿਆਰ ਕਰੋ। ਪ੍ਰਮਾਤਮਾ ਤੁਹਾਨੂੰ ਬੱਚਿਆਂ ਵਾਂਗੂ ਪਿਆਰ ਕਰਦਾ ਹੈ, ਤੁਸੀਂ ਉਸ ਨੂੰ ਪਿਤਾ ਵਾਂਗੂ ਪਿਆਰ ਕਰੋ। ਤੇ ਇਹ ਇੱਕ ਪਿਆਰ ਦਾ ਰਿਸ਼ਤਾ ਸਥਾਪਿਤ ਕੀਤਾ। ਜਿਹੜੇ ਨਫ਼ਰਤ ਦੇ ਰਿਸ਼ਤੇ ਸੀ ਉਹਨਾਂ ਨੇ ਸਾਰਾ ਖਤਮ ਕਰਤਾ। ਪਾਪਾਂ ਦਾ ਭਾਰ ਸੀ ਜਿਹੜਾ, ਉਹ ਕਹਿੰਦੇ ਸੀ ਕਿ ਪਾਪ ਜੋਨੀ ਤੋਂ ਪੈਦਾ ਹੋਇਆ, ਤੇਰੇ ਉੱਤੇ ਪਾਪਾਂ ਦਾ ਭਾਰ ਹੈ। ਜਿਸ ਤਰ੍ਹਾਂ ਈਸਾਈ ਲੋਕ ਕਹਿੰਦੇ ਨੇ ਕਿ ਤੁਸੀਂ ਉਹਦੇ ਵਿੱਚ ਵਹਿਸ਼ਤ ਦੇ ਵਿੱਚ ਫਲ ਖਾ ਰਿਹਾ, ਜਿਹੜਾ ਪ੍ਰਮਾਤਮਾ ਨੇ ਮਨਾ ਕੀਤਾ ਸੀ, ਇਸ ਕਰਕੇ ਅਸੀਂ ਸਾਰੇ ਪਾਪੀ ਹਾਂ ਤੇ ਸਾਨੂੰ ਆਪਣੇ ਪਾਪ ਦੇ ਜਿਹੜੇ ਗੁਨਾਹ ਹੈਗੇ ਇਹਨਾਂ ਦਾ ਪਛਤਾਵਾ ਕਰਨਾ ਪੈਂਦਾ। ਗੁਰੂ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਕਰ ਕਿਰਪਾ ਪ੍ਰਬੰਧਨ ਛੋਟ, ਜੇ ਕਿਰਪਾ ਕਰੇ ਪ੍ਰਭੂ ਤਾਂ ਸਾਰੇ ਬੰਧਨ ਟੁੱਟ ਜਾਂਦੇ ਨੇ। ਟੂਟੇ ਬੰਧਨ ਸਾਧ ਸੰਗ ਪਾਇਆ।
ਸਾਧਾਂ ਦਾ ਸੰਗ ਪਾ ਕੇ, ਸੰਤ ਮਹਾਤਮਾ ਸਾਧੂ ਪੁਰਸ਼ਾਂ ਦਾ, ਗੁਰੂਆਂ ਦਾ ਸੰਗ ਪਾ ਕੇ ਇਹ ਸਾਰੇ ਬੰਧਨ 1 ਮਿੰਟ ਦੇ ਵਿੱਚ ਟੁੱਟ ਜਾਂਦੇ ਨੇ। ਕੋਈ ਅਛੂਤ ਨਹੀਂ ਰਹਿੰਦਾ, ਕੋਈ ਪਾਪੀ ਨਹੀਂ ਰਹਿੰਦਾ। ਇੱਕ ਉਰਦੂ ਦਾ ਸ਼ੇਰ ਵੀ ਹੈ ਜਿਹੜਾ ਕਿ ਸਿੱਖੀ ਦੇ ਅਸੂਲਾਂ ਨਾਲ ਮਿਲਦਾ ਹੈ कि गुनाह गिन गिन के मैं करूं क्यों दिल को हल्का, कहते हैं कि तेरी रहमत का कोई हिसाब नहीं। वो तो रहीम है, वो तो रहमत करने वास्ते बहाने लभदा है, वो तो तुहानूं गलवकड़ी दे विच लैण वास्ते हर वक्त तैयार है। ਇਹੋ ਜਿਹੇ ਆਦਮੀ ਨੂੰ, ਇਹੋ ਜਿਹੇ ਪ੍ਰਮਾਤਮਾ ਨੂੰ, ਇਹੋ ਜਿਹੇ ਪਰਮ ਪੁਰਖ ਨੂੰ, ਅਕਾਲ ਪੁਰਖ ਨੂੰ ਤੁਸੀਂ ਕਹੋ ਕਿ ਇਹ ਜਾਤ ਪਾਤ ਸਥਾਪਿਤ ਕਰਦਾ ਹੈ। ਇਹ ਇਸ ਤੋਂ ਵੱਡੀ ਮੂਰਖਤਾ ਕੀ ਹੋ ਸਕਦੀ ਹੈ।